टीवी देख रहे सारे दर्शकों का मेरे जानी कि मनिंदर तूर वालों साडे आज दे प्रोग्राम विजन ऑन लोकेशन च बहुत बहुत स्वागत है। कहते हैं कि अजकल जिहड़ा इंडियन फूड है उहदी जिहड़ी खुशबू है देश विदेश च फैल गई है। अगर इंडियन खाने च जिहड़े इंडियन मसालियां दा जिहड़ा स्वाद ना होवे तां एक इंडियन नूं तां लगदा ही नहीं कि असीं इंडियन फूड खादा है। ते एक टाइम हुंदा सी जदों लोग इंडिया तो जदों बैग पैक करते सी तां आई थिंक कपड़ियां तो ज़्यादा जिहड़े मसाले सीगे इंडियन मसाले वो अपने बैग च रखते सी, क्योंकि उदों जिहड़े इंडियन मसाले हैं वो तुहानूं कैनेडा अमेरिका वर्गियां जिहड़ियां कंट्रीज सीगियां उत्थे नहीं मिलते सी। पर अज दे टाइम च तुहानूं हर सिटी च एक दो इंडियन जिहड़े ग्रोसरी स्टोर्स हैं जिथों तुसीं अपना इंडियन मसाले या फिर इंडियन फूड जिहड़ा कि तुहानूं होर किते अवेलेबल नहीं है वो तुहानूं मिल ही जाएगा। ते अज असीं आए हैं विनीपैग दे गिल सुपर मार्केट स्टोर च ते आपां इत्थों दे ओनर नाल गलबात करांगे कि किद्दां उन्हां ने इस ग्रोसरी स्टोर दी शुरुआत कीती ते फ्यूचर च उन्हां दे होर की चीज़ां ऐड करन दा की प्लान्स हैं ते नाल ही नाल जिहड़े अंदर कस्टमर शॉपिंग कर रहे होणगे ग्रोसरी शॉपिंग कर रहे होणगे उन्हां नाल भी गलबात करन दी कोशिश करांगे ते नाल ही नाल तुहानूं दिखावांगे कि तुसीं की कुछ इक्को समय च आ के इक्को वार च आ के कुछ हद थल्ले तुसीं की खरीद सकदे हो इत्थों। गिल सुपर मार्केट के जोड़े ओनर है उन्होंने तो जान लेने कि उन्होंने इस ग्रोसरी स्टोर की शुरुआत किद्दां की। एक दूजी कंट्री च आके जो इंडियन ग्रोसरी स्टोर की गल होंदी है या कोई इंडियन बिजनेस शुरू करने की गल होंदी है तो किते ना किते ख्याल होंदा है कि सिर्फ अपनी कम्यूनिटी चलेगा या होर लोग भी साथ देंगे। आपां उन्हां तो ही जान लेने कि उन्होंने शुरुआत किद्दां की ते फ्यूचर प्लान्स की हैं। सत श्री अकाल सर। सत श्री अकाल जी, मेरा नाम जगजीत गिल ते सर तुसीं इस ग्रोसरी स्टोर की शुरुआत कदों की? ਅਸੀਂ ਇਹ ਸਟੋਰ 2004 ਦੇ ਵਿੱਚ ਸਾਡੀ ਇੱਕ ਹੋਰ ਲੋਕੇਸ਼ਨ ਹੈਗੀ ਆ ਵਿਨੀਪੈਗ ਦੇ ਨਾਰਥ ਸਾਈਡ ਦੇ ਵਿੱਚ ਉਸ ਤੋਂ ਸ਼ੁਰੂ ਕੀਤੀ ਸੀ ਤੇ ਹੁਣ ਇਹ ਸਾਡੀ ਸੈਕੰਡ ਲੋਕੇਸ਼ਨ ਹੈ। ਇਹਨੂੰ 5 ਸਾਲ ਇਸ ਨੂੰ ਵੀ ਹੋ ਚੁੱਕੇ ਆ। ਤੇ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਹੈ? ਸਿਰਫ ਆਪਣੀ ਕਮਿਊਨਿਟੀ ਤੋਂ ਰਿਸਪੌਂਸ ਮਿਲ ਰਿਹਾ ਜਾਂ ਫਿਰ ਜਿਹੜੇ ਇੱਥੋਂ ਦੇ ਲੋਕਲ ਲੋਕ ਹੈ ਹੋਰ ਕਮਿਊਨਿਟੀ ਦੇ ਲੋਕ ਹੈ ਉਹਨਾਂ ਤੋਂ ਵੀ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ? ਹਾਂਜੀ, ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ। ਸਾਨੂੰ ਵੈਸੇ ਤਾਂ ਜਦੋਂ ਅਸੀਂ ਆਹ ਸੈਕੰਡ ਲੋਕੇਸ਼ਨ ਓਪਨ ਕੀਤੀ ਹੈ ਸਾਨੂੰ ਬਹੁਤ ਡਿਮਾਂਡ ਸੀ ਸਾਊਥ ਏਰੀਆ ਦੇ ਵਿੱਚੋਂ ਕਿ ਸਾਨੂੰ ਸਟੋਰ ਇੱਧਰ ਚਾਹੀਦਾ ਤੇ ਇਸੇ ਕਰਕੇ ਅਸੀਂ ਇੱਧਰ ਖੋਲ੍ਹੀ ਸੀ। ਸਾਡੇ ਨਾਲ ਪੰਜਾਬੀ, ਗੁਜਰਾਤੀ, ਸਾਊਥ ਇੰਡੀਅਨ, ਨਾਰਥ ਇੰਡੀਅਨ ਚਲੋ ਆਪਣੇ ਹੈਗੇ ਆ, ਬਾਕੀ ਵੈਸਟ ਇੰਡੀਅਨ, ਸ਼੍ਰੀਲੰਕਨ ਇਸ ਸਟੋਰ ਦੇ ਵਿੱਚ ਹੋਰ ਬਹੁਤ ਜੋ ਵੀ ਅਰਾਊਂਡ ਏਰੀਆ ਹੈਗਾ। ਪਾਕਿਸਤਾਨ ਦੀ ਗਰੋਸਰੀ ਹੈਗੀ ਸਾਡੇ ਕੋਲ ਸਾਰੀ, ਬਾਕੀ ਇਰਾਨ, ਇਰਾਕੀ ਸਾਰੇ ਮਤਲਬ ਕੋਈ ਏਸ਼ੀਅਨ ਕੰਟਰੀਜ਼ ਦੀ ਮੋਸਟਲੀ ਕਾਫੀ ਗਰੋਸਰੀ ਸਾਰੀ ਜਿਹੜੀ ਆਪਣੀ ਏਸ਼ੀਅਨ ਕਮਿਊਨਿਟੀ ਹੈ ਸਭ ਤੋਂ ਰਿਸਪੌਂਸ ਮਿਲ ਰਿਹਾ। ਔਰ ਸਰ ਮੈਂ ਇੱਕ ਚੀਜ਼ ਹੋਰ ਤੁਹਾਨੂੰ ਜਾਣਨਾ ਚਾਹੂੰਗੀ ਕਿ ਜਿਹੜਾ ਆਪਣਾ ਇੰਡੀਅਨ ਸਮਾਨ ਇੱਥੇ ਮੈਂ ਦੇਖ ਸਕਦੀ ਹਾਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਹੁਣ ਇੰਡੀਆ 'ਚ ਵੀ ਤੁਹਾਨੂੰ ਆਮ ਨਹੀਂ ਮਿਲਦੀਆਂ ਹੋਣਗੀਆਂ, ਹਰੇਕ ਸ਼ਾਪ 'ਤੇ ਅਵੇਲੇਬਲ ਨਹੀਂ ਹੋਣਗੀਆਂ। ਇਹ ਸਾਰੀਆਂ ਚੀਜ਼ਾਂ ਤੁਸੀਂ ਕਿੱਥੋਂ ਮੰਗਵਾਉਂਦੇ ਹੋ? ਹਾਂਜੀ ਬਿਲਕੁਲ, ਇਹਦੇ ਵਿੱਚ ਸਾਡੇ ਕੋਲ ਜਿੰਨੇ ਸਾਡੇ ਸਟੋਰ ਦੇ ਵਿੱਚ ਤੁਸੀਂ ਸਾਰਾ ਸਮਾਨ ਦੇਖ ਰਹੇ ਇਹਦੇ ਵਿੱਚ 80% ਇਹ ਇੰਡੀਆ ਨੂੰ ਬਿਲੋਂਗ ਕਰਦਾ। ਹੋਰ ਕੰਟਰੀਜ਼ ਵਿੱਚੋਂ ਬਹੁਤ ਆ ਰਿਹਾ। ਪਰ ਇਸ ਤਰ੍ਹਾਂ ਜੋ ਕਸਟਮਰ ਦੀ ਡਿਮਾਂਡ ਹੈ ਕਸਟਮਰ ਪੁੱਛਦਾ ਰਹਿੰਦਾ। ਮਤਲਬ ਜਦੋਂ ਮੈਨੂੰ ਯਾਦ ਆ ਜਦੋਂ ਅਸੀਂ ਸ਼ੁਰੂ ਕੀਤਾ ਸੀ ਬਿਜ਼ਨਸ ਦੇ ਕਸਟਮਰ ਦੀ ਡਿਮਾਂਡ ਸੀ ਆਹ ਚਾਹੀਦਾ ਉਹ ਇੱਕ ਕਰਕੇ ਸਾਡੇ ਕੋਲ ਸਪਲਾਇਰ ਹੈਗੇ ਸਾਰੇ ਐਕਚੁਅਲੀ ਟੋਰਾਂਟੋ, ਵੈਨਕੂਵਰ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਡਿਸਟਰੀਬਿਊਟਰ ਹੈਗੇ ਆ। ਉਹਨਾਂ ਨੂੰ ਅਸੀਂ ਆਪਣੀ ਡਿਮਾਂਡ ਦੱਸਦੇ ਹਾਂ ਆਹ ਚਾਹੀਦਾ, ਕਿਉਂਕਿ ਜੋ ਜਿਹੜਾ ਰਿਟੇਲਰ ਆ ਉਹ ਅਸੀਂ ਫੇਸ ਕਰਦੇ ਹਾਂ ਕਸਟਮਰ ਦੀ ਉਹ ਅਸੀਂ ਦੱਸਣਾ ਹੋਲਸੇਲਰ ਨੂੰ ਵੀ ਕਿ ਆਹ ਡਿਮਾਂਡ ਅੱਜ ਕੱਲ੍ਹ ਆਹ ਚੱਲ ਰਿਹਾ ਆਹ ਮੰਗ ਰਿਹਾ ਕਸਟਮਰ ਦੀ ਡਿਮਾਂਡ ਕੀ ਹੈ ਉਹ ਸਾਡੀ ਡਿਮਾਂਡ ਦੇ ਉੱਪਰ ਫਿਰ ਉਹ ਵਰਕਆਊਟ ਕਰਦੇ ਆ ਅੱਗੇ। ਸੋ ਇਟਸ ਆਲ ਟੀਮ ਵਰਕ। ਤੇ ਫਿਰ ਇਹ ਸਾਰਾ ਕੁਝ ਇਕੱਠਾ ਕਰ ਰਹੇ ਹਾਂ ਇੰਡੀਆ ਤੋਂ ਕਿ ਆਪਣਾ ਹਰ ਚੀਜ਼ ਜੋ ਡਿਮਾਂਡ ਆਪਾਂ ਇੰਡੀਆ ਦੇ ਵਿੱਚ ਮੇਰੇ ਖਿਆਲ ਨਾਲ ਨਹੀਂ ਦੇਖੀਆਂ ਹੁੰਦੀਆਂ ਆਪਾਂ ਚੀਜ਼ਾਂ। ਹਾਂ ਇੱਥੇ ਕੋਈ ਵਿਜ਼ੀਬਲ ਸਾਰੀ ਹੈਗੀ ਹੈ, ਸ਼ੈਲਫਾਂ ਦੇ ਉੱਪਰ ਸਮਾਨ ਲੱਗਾ ਹੋਇਆ, ਸੋ ਇਸ ਕਰਕੇ ਦਿਸ ਰਿਹਾ ਸਾਰਾ ਕੁਝ ਹੈ। ਮੈਂ ਵੀ ਬਿਲਕੁਲ ਜਦੋਂ ਨਿਗਾਹ ਮਾਰੀ ਸੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜੋ ਮੈਂ ਇੰਡੀਆ 'ਚ ਵੀ ਨਹੀਂ ਦੇਖੀਆਂ ਸੀ। ਮੈਂ ਸੋਚ ਰਹੀ ਹਾਂ ਕਿ ਇਹ ਲੈ ਕੇ ਕਿੱਥੋਂ ਆਇਆ ਇੱਦਾਂ ਦੀਆਂ ਚੀਜ਼ਾਂ। ਹਾਂਜੀ ਉੱਥੇ ਬਸ ਸਟੋਰਾਂ ਦਾ ਸਟਾਈਲ ਨਹੀਂ ਹੈਗਾ ਇਹ। ਉਸ 'ਤੇ ਛੋਟੇ ਸਟੋਰ ਹੁੰਦੇ ਆ ਉਸ ਜੋ ਤੁਸੀਂ ਮੰਗਦੇ ਆ ਉਹ ਕੱਢ ਕੇ ਪਿੱਛੋਂ ਬਿਹਾਈਂਡ ਦਾ ਕਾਊਂਟਰ ਲਾ ਦੇ ਦਿੰਦਾ। ਇੱਥੇ ਉਹ ਸਟਾਈਲ ਨਹੀਂ ਹੈਗਾ। ਇੱਥੇ ਜੋ ਹੈਗਾ ਵਿਜ਼ੀਬਲ ਜੋ ਦੇਖੇਗਾ ਉਹ ਵਿਕੇਗਾ। ਸੋ ਇਸ ਕਰਕੇ ਸਾਰਾ ਤਾਂ ਸਾਨੂੰ ਦੇਖਣ ਨੂੰ ਮਿਲ ਰਿਹਾ। ਇਸ ਇੰਟਰਸਟਿੰਗ ਬਹੁਤ ਹੈਗੇ ਆ। ਬਹੁਤ ਸਾਡੇ ਕੋਲ ਹੋਰ ਵੀ ਕਸਟਮਰ ਕਈ ਆਉਂਦੇ ਆ ਵੀ ਚੀਜ਼ਾਂ ਦੇਖਣ ਨੂੰ ਵੀ ਆਹ ਤਾਂ ਕਦੇ ਦੇਖੀ ਨਹੀਂ ਸੀ ਆਈਟਮ ਅੱਜ ਤੱਕ। ਈਵਨ ਅਸੀਂ ਜਦੋਂ ਸਟੋਰ ਸ਼ੁਰੂ ਕੀਤਾ ਸੀ ਸਾਨੂੰ ਆਪ ਨਹੀਂ ਪਛਾਣ ਹੁੰਦੀ ਸੀ ਆਹ ਚੀਜ਼ ਹੈ ਕਿਹੜੀ। ਸੋ ਹੁਣ ਉਸ ਚੀਜ਼ ਤੇ ਹਰ ਇੱਕ ਦਾ ਪਤਾ ਲੱਗ ਗਿਆ ਸਾਰਾ। ਜਿਹੜੀਆਂ ਚੀਜ਼ਾਂ ਜ਼ਿਆਦਾਤਰ ਜਿਵੇਂ ਕੁਛ ਭਾਂਡੇ ਇੱਦਾਂ ਦੇ ਜਿਹੜੇ ਪੁਰਾਤਨ ਜਿਹੜੇ ਪਹਿਲਾਂ ਵਾਲੇ ਟਾਈਮ 'ਚ ਮਿਲਦੇ ਸੀ ਹੁਣ ਕਿਤੇ ਨਾ ਕਿਤੇ ਇੰਡੀਆ 'ਚੋਂ ਵੀ ਅਲੋਪ ਹੋ ਗਏ ਦੇਖਣ ਨੂੰ ਨਹੀਂ ਮਿਲਦੇ। ਬਟ ਤੁਹਾਡੇ ਸਟੋਰ 'ਤੇ ਮੈਂ ਇੱਕ ਦੋ ਚੀਜ਼ਾਂ ਇਹੋ ਜਿਹੀਆਂ ਦੇਖੀਆਂ ਤੇ ਕਸਟਮਰ ਉਹਨਾਂ ਚੀਜ਼ਾਂ ਨੂੰ ਵੀ ਖਰੀਦਦੇ ਆ।
ਹਾਂਜੀ ਹਾਂਜੀ ਬਿਲਕੁਲ ਜੀ, ਜੋ ਸਾਡੇ ਸਟੋਰ ਵਿੱਚ ਦਿਖਦਾ, ਜੋ ਕਸਟਮਰ ਦੀ ਡਿਮਾਂਡ ਦੇ ਨਾਲ ਹੀ ਕੁਝ ਅਸੀਂ ਅਵੇਲੇਬਲ ਕਰਾਉਂਦੇ ਆ, ਉਹ ਸਾਰਾ ਕੁਝ ਮਿਲਦਾ। ਕਸਟਮਰ ਸ਼ੌਂਕ ਆ ਹਰੇਕ ਦਾ, ਕੋਈ ਪਿੱਤਲ ਦੇ ਭਾਂਡੇ 'ਚ ਖਾਣਾ ਚਾਹੁੰਦਾ, ਕੋਈ ਸਟੀਲ ਦੇ ਖਾਣਾ ਚਾਹੁੰਦਾ, ਕੋਈ ਸਿਲਵਰ ਵਿੱਚ, ਕੋਈ ਕਿਸ ਤਰ੍ਹਾਂ ਦਾ। ਸਾਨੂੰ ਸਾਡਾ ਹੈਗਾ ਵੀ ਸਾਨੂੰ ਸ਼ੌਂਕ ਵੀ ਬਹੁਤ ਹੈਗਾ ਮੈਨੂੰ ਵੀ ਆਪਣੀ ਅਲੱਗ-ਅਲੱਗ ਵੈਰਾਈਟੀ ਹੋਵੇ ਸਟੋਰ ਦੇ ਵਿੱਚ। ਸੋ ਹਰ ਇੱਕ ਕਸਟਮਰ ਦੀ ਜਿਹਦੀ ਵੀ ਡਿਮਾਂਡ ਹੋਵੇ ਉਹਨੂੰ ਅਵੇਲੇਬਲ ਹੋ ਜਾਏ। ਤੇ ਸਰ ਇੱਕ ਹੋਰ ਮੇਰਾ ਕੁਐਸਚਨ ਹੈ ਕਿ ਫਿਊਚਰ 'ਚ ਜਿਵੇਂ ਤੁਸੀਂ ਜਦੋਂ ਸ਼ੁਰੂਆਤ ਕੀਤੀ ਹੋਏਗੀ ਇੰਨੀਆਂ ਸਾਰੀਆਂ ਚੀਜ਼ਾਂ ਅਵੇਲੇਬਲ ਨਹੀਂ ਹੋਣਗੀਆਂ, ਜਿੱਦਾਂ ਤੁਸੀਂ ਦੱਸਿਆ ਕਿ ਜੋ ਕਸਟਮਰ ਦੀ ਡਿਮਾਂਡ ਹੁੰਦੀ ਸੀ ਉਹਦੇ ਅਕੋਰਡਿੰਗ ਤੁਸੀਂ ਕਸਟਮਰਸ ਨੂੰ ਉਹ ਚੀਜ਼ਾਂ ਲਿਆ ਕੇ ਮੰਗਵਾ ਕੇ ਦਿੰਦੇ ਰਹੇ। ਤੇ ਫਿਊਚਰ 'ਚ ਹੋਰ ਕੀ ਡਿਮਾਂਡਸ ਆ ਰਹੀਆਂ ਨੇ, ਹੋਰ ਕੀ ਚੀਜ਼ਾਂ ਤੁਸੀਂ ਇੱਥੇ ਸਟੋਰ ਨੂੰ ਵੱਡਾ ਕਰਨ ਦਾ ਕੀ ਪਲਾਨ ਹੈ, ਕੀ ਹੋਰ ਚੀਜ਼ਾਂ ਕੀ ਐਡ ਕਰਨ ਦਾ ਸੋਚ ਰਹੇ ਹੋ? ਹਾਂਜੀ ਬਿਲਕੁਲ ਜੀ, ਜਦੋਂ ਅਸੀਂ 2004 ਦੇ ਵਿੱਚ ਸਟੋਰ ਸ਼ੁਰੂ ਕੀਤਾ ਸੀ, ਅਸੀਂ 1400 ਸਕੁਅਰ ਫੀਟ ਤੋਂ ਸਟੋਰ ਸ਼ੁਰੂ ਕੀਤਾ ਸੀ ਮੈਂ ਤੇ ਮੇਰੀ ਵਾਈਫ ਨੇ। ਸੋ ਬਸ ਉਹ ਡਿਮਾਂਡ ਵੱਧਦੀ ਗਈ, ਅਸੀਂ ਉਸ ਹਿਸਾਬ ਨਾਲ ਆਪਣੇ ਆਪ ਨੂੰ ਅਪਡੇਟ ਕਰਦੇ ਰਹੇ। ਸੋ ਅਸੀਂ ਜਦੋਂ ਉਹ ਜਿਹੜਾ ਨਾਰਥ ਵਾਲੀ ਲੋਕੇਸ਼ਨ ਪੁਰਾਣੀ ਸੀ ਉਹ 1500 ਸਕੁਅਰ ਫੁੱਟ ਤੋਂ ਸ਼ੁਰੂ ਹੋਈ, ਫਿਰ ਉਹ 3000 ਸਕੁਅਰ ਫੁੱਟ ਦਾ ਸਾਨੂੰ 2 ਸਾਲ ਬਾਅਦ ਸਾਨੂੰ ਬਹੁਤ 1 ਸਾਲ ਦੇ ਵਿੱਚ ਪਤਾ ਲੱਗ ਗਿਆ ਕਿ ਸਾਨੂੰ ਨਹੀਂ ਵੱਡਾ ਕਰਨਾ ਪੈਣਾ ਆ, ਸਾਨੂੰ ਡਿਮਾਂਡ ਹੈਗੀ ਆ। ਸੋ ਫਿਰ ਅਸੀਂ 3000 ਸਕੁਅਰ ਫੁੱਟ ਦੇ ਵਿੱਚ ਮੂਵ ਹੋਏ। ਹੁਣ ਸਾਡਾ ਉਧਰ ਕੰਸਟਰਕਸ਼ਨ ਚੱਲ ਰਹੀ ਆ, ਹੁਣ ਸਾਡਾ ਉਹ ਸਟੋਰ 6000 ਸਕੁਅਰ ਫੁੱਟ ਹੋ ਰਿਹਾ। ਸੋ ਮੈਨੂੰ ਬੜੀ ਖੁਸ਼ੀ ਆ ਕਿ ਕਸਟਮਰ ਕਮਿਊਨਿਟੀ ਵੱਧ ਰਹੀ ਆ, ਸੋ ਡਿਮਾਂਡ ਵੱਧ ਰਹੀ ਆ, ਤਾਂ ਉਸੇ ਕਰਕੇ ਅਸੀਂ ਵੱਡਾ ਕਰ ਰਹੇ ਹਾਂ। ਹੁਣ ਆਹ ਸਟੋਰ ਸਾਡਾ ਪਹਿਲਾਂ ਹੀ ਵੱਡਾ, ਜਦੋਂ ਅਸੀਂ ਆਹ ਲੋਕੇਸ਼ਨ ਖੋਲੀ ਸੈਕਿੰਡ, ਇਹ ਇਸ ਤਰ੍ਹਾਂ ਵੱਡੀ ਸਾਨੂੰ ਲੋਕੇਸ਼ਨ ਕਰਕੇ ਹੀ ਖੋਲੀ ਅਸੀਂ, ਇਹ ਵੱਡਾ ਹੈਗਾ ਆਲਰੇਡੀ। ਹਾਂ, ਜੇ ਉਹ ਫਿਊਚਰ ਦੇ ਵਿੱਚ ਸਾਨੂੰ ਨਾਲ ਜਗ੍ਹਾ ਮਿਲਦੀ ਹੋਈ ਤਾਂ ਜ਼ਰੂਰ ਐਡ ਕਰਾਂਗੇ ਅਸੀਂ, ਕਿਉਂਕਿ ਅਸੀਂ ਚਾਹੁੰਦੇ ਰਹਿੰਦੇ ਹਾਂ ਕੋਈ ਨਾ ਕੋਈ ਹੋਰ ਡਿਮਾਂਡ ਵੱਧਦੀ ਹੈ, ਤੇ ਉਸ ਹਿਸਾਬ ਨਾਲ ਕੁਆਂਟੀਟੀ ਜਦੋਂ ਆਪਾਂ ਕੋਈ ਸਟਾਕ ਵਧਾਉਣਾ ਤੇ ਉਹਦੇ ਵਾਸਤੇ ਜਗ੍ਹਾ ਚਾਹੀਦੀ ਹੈ। ਹੁਣ ਅੱਜ ਕੱਲ੍ਹ ਤਾਂ ਕੋਵਿਡ-19 ਕਰਕੇ ਸੇਫ ਮਤਲਬ ਪਲੇਸ ਚਾਹੀਦੀ, ਸਪੇਸ ਚਾਹੀਦੀ ਆ। ਸੋ ਉਹਨੂੰ ਵੀ ਧਿਆਨ ਵਿੱਚ ਰੱਖ ਕੇ ਥੋੜ੍ਹਾ ਕਰ ਰਹੇ ਹਾਂ ਕਿ ਸੋਸ਼ਲ ਡਿਸਟੈਂਸਿੰਗ ਬਣੀ ਰਹੇ। ਸੋ ਇਹ ਆਈ ਥਿੰਕ ਮੈਨੂੰ ਲੱਗਦਾ ਵੀ ਲਾਈਫ ਦੇ ਵਿੱਚ ਸਾਡਾ ਪਾਰਟ ਬਣ ਗਿਆ ਹੈ, ਸੋਸ਼ਲ ਡਿਸਟੈਂਸਿੰਗ ਇਹ ਰੱਖਣੀ ਪੈਣੀ ਹੈ। ਬਿਲਕੁਲ, ਜਿਹੜਾ ਸੋਸ਼ਲ ਡਿਸਟੈਂਸਿੰਗ ਦੀ ਗੱਲ ਹੋ ਜੇ ਜਾਂ ਫਿਰ ਸੈਨੀਟਾਈਜ਼ਰ ਯੂਜ਼ ਕਰਨ ਦੀ ਗੱਲ ਹੋ ਜੇ, ਉਹ ਹੁਣ 2-4 ਮਹੀਨਿਆਂ ਦੀ ਖੇਡ ਨਹੀਂ ਲੱਗਦੀ। ਉਹ ਲੱਗਦਾ ਕਿ ਹੁਣ ਇੱਕ ਲਾਈਫ ਦਾ ਜਿਹੜਾ ਆਪਾਂ ਨੂੰ ਹਿੱਸਾ ਬਣਾਉਣਾ ਹੀ ਪੈਣਾ ਹੈ। ਤੇ ਸਰ ਇੱਕ ਹੋਰ ਜਿੱਦਾਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਹਰੇਕ ਜਿਹੜਾ ਪੰਜਾਬੀ ਹੈ ਮੰਜੇ ਦਾ ਬਹੁਤ ਸ਼ੌਕੀਨ ਹੁੰਦਾ, ਤੁਹਾਡੇ ਉਹ ਸਾਰੀਆਂ ਚੀਜ਼ਾਂ ਵੀ ਅਵੇਲੇਬਲ ਹੈਗੀਆਂ ਜਾਂ ਫਿਰ ਕੋਈ ਪਲਾਨ ਹੈਗਾ ਇਨ ਫਿਊਚਰ? ਨਹੀਂ ਹਾਂਜੀ ਬਿਲਕੁਲ ਜੀ, ਡਿਮਾਂਡ ਸਾਡੇ ਕੋਲ ਮੰਜੇ, ਫੋਲਡਿੰਗ ਬੈੱਡ, ਜੋ ਮਤਲਬ ਮੇਰੇ ਖਿਆਲ ਨਾਲ ਹੁਣ ਫੋਲਡਿੰਗ ਬੈੱਡ ਕਈ ਕਹਿੰਦੇ ਇੰਡੀਆ ਤਾਂ ਯੂਜ਼ ਨਹੀਂ ਕਰਦੇ, ਤੁਸੀਂ ਇੱਥੇ ਲਿਆਂਦੇ ਹੋਏ ਆ। ਉਹ ਇੱਕ ਤਰ੍ਹਾਂ ਦਾ ਸਾਡਾ ਕਲਚਰ ਆ ਉਹ। ਸੋ ਉਹ ਕਲਚਰ ਨੂੰ ਸਾਡੇ ਰਿਪਰੈਜ਼ੈਂਟ ਵੀ ਕਰਦਾ। ਬਹੁਤ ਆਈਟਮ ਇਸ ਤਰ੍ਹਾਂ ਦੀ ਹੈਗੀ ਆ ਜਿਹੜਾ ਸਾਨੂੰ, ਅਸੀਂ ਉਹ ਤੋਂ ਮਤਲਬ ਇਹ ਨਹੀਂ ਹੈਗਾ ਮਾਰਕਅਪ, ਬਹੁਤ ਵੱਡਾ ਮਾਰਕਅਪ ਬਣਾਉਂਦੇ ਆ ਅਸੀਂ। ਉਹ ਸਾਨੂੰ ਸਿਰਫ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰਨ ਦੀ ਖਾਤਰ, ਜੇ ਤੁਸੀਂ ਬਾਅਦ ਵਿੱਚ ਆਪਾਂ ਅਸੀਂ ਕੈਮਰਾ ਦਿਖਾਵਾਂਗੇ ਪਿੱਛੇ, ਸਾਡੇ ਕੋਲ ਇਸ ਤਰ੍ਹਾਂ ਦੀਆਂ ਆਈਟਮਸ ਹੈਗੀਆਂ ਜਿਹੜੀਆਂ ਸਿਰਫ ਸਾਡੇ ਕਲਚਰ ਨੂੰ ਰਿਪਰੈਜ਼ੈਂਟ ਕਰਦੀਆਂ। ਉਹ ਸਾਡਾ ਉਹ ਸ਼ੌਂਕ ਆ, ਅਸੀਂ ਉਸ ਨੂੰ ਭੁੱਲਣਾ ਨਹੀਂ ਚਾਹੁੰਦੇ। ਸਾਡੇ ਬੱਚੇ ਇੱਥੋਂ ਦੇ ਹੈਗੇ ਆ, ਉਹਨਾਂ ਨੂੰ ਇਹ ਸਾਡੇ ਸਟੋਰਾਂ ਦੇ ਵਿੱਚੋਂ ਹੀ ਆ ਕੇ ਦੇਖਣ ਨੂੰ ਮਿਲਦਾ ਕਿ ਅੱਜ ਕੱਲ੍ਹ ਕੀ ਚੱਲਦਾ। ਸਾਡੇ ਫੈਸਟੀਵਲ ਦਾ ਤਿਉਹਾਰ ਕੋਈ ਆਉਂਦਾ, ਤੁਸੀਂ ਹਰ ਸਾਡੇ ਆ ਫਰੰਟ 'ਤੇ ਕਾਊਂਟਰ 'ਤੇ ਲੱਗੇ ਹੋਏ ਆ, ਇਹ ਸਾਡਾ ਫੈਸਟੀਵਲ ਟੇਬਲ ਹੀ ਹੈਗੇ ਆ। ਵੀ ਜਦੋਂ ਵੀ ਕੋਈ ਫੈਸਟੀਵਲ ਤੋਂ ਪਹਿਲਾਂ ਅਸੀਂ ਇਹਦੇ ਪਰ ਸਮਾਨ ਲਗਾ ਦਿੰਦੇ ਆ, ਕਸਟਮਰ ਨੂੰ ਯਾਦ ਆ ਜਾਂਦਾ ਦੇਖ ਕੇ ਵੀ ਆ ਰਿਹਾ। ਹਾਂਜੀ ਹਾਂਜੀ, ਹੁਣ ਇਹ ਚੱਲਦਾ। ਕਿਤੇ ਜਿਹੜੇ ਕੰਮ ਦੇ ਜਿਹੜੀ ਲੱਗੀ ਹੋਈ ਹੈ ਬਿਜ਼ੀ ਲਾਈਫ ਹੋ ਗਈ ਹੈ, ਸਾਰੇ ਕਿਤੇ ਨਾ ਕਿਤੇ ਭੁੱਲ ਹੀ ਜਾਂਦੇ ਆ। ਹਾਂਜੀ ਹਾਂਜੀ, ਉਹ ਅਸੀਂ ਭੁੱਲਣ ਨਹੀਂ ਦਿੰਦੇ। ਉਹ ਕਸਟਮਰ ਅੰਦਰ ਆਉਂਦਾ, ਇੰਟਰ ਹੁੰਦੇ ਪਤਾ ਲੱਗ ਜਾਂਦਾ ਆਹ ਤਿਉਹਾਰ ਆ ਰਿਹਾ, ਇਹਦਾ ਮਤਲਬ ਤਿਉਹਾਰ ਦਾ ਸਮਾਨ ਲੱਗ ਗਿਆ। ਸੋ ਇਸ ਕਰਕੇ ਹਾਂਜੀ ਯਾਦ। ਤੁਹਾਡੇ ਵਾਈਫ ਵੀ ਮੈਨੂੰ ਨਾਲ ਲੱਗ ਰਿਹਾ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ ਤੇ ਕਦੋਂ ਤੋਂ ਤੁਸੀਂ ਇਹਨਾਂ ਦਾ ਸਾਥ ਦੇ ਰਹੇ ਹੋ? ਹਾਂਜੀ, ਮੇਰਾ ਨਾਮ ਕਮਲਪ੍ਰੀਤ ਗਿੱਲ ਆ ਤੇ ਅਸੀਂ 2004 ਵਿੱਚ ਦੋਵਾਂ ਨੇ ਸਟਾਰਟ ਕੀਤਾ ਸੀਗਾ। ਸੋ ਉਦੋਂ ਤੋਂ ਬਿਜ਼ਨਸ 'ਚ ਹੀ ਆ। ਬਿਲਕੁਲ, ਜਦੋਂ ਹਸਬੈਂਡ ਦੇ ਨਾਲ ਵਾਈਫ ਵੀ ਪੂਰਾ, ਮੈਂ ਦੇਖਿਆ ਤੁਸੀਂ ਉਦੋਂ ਤੋਂ ਕੰਮ 'ਚ ਲੱਗੇ ਹੋਏ ਹੋ, ਪੂਰਾ ਹੱਥ ਵਟਾਉਂਦੀ ਹੈ, ਤਾਂ ਕਿੱਦਾਂ ਦਾ ਮਹਿਸੂਸ ਹੁੰਦਾ? ਬਹੁਤ ਵਧੀਆ ਮਹਿਸੂਸ ਹੁੰਦਾ ਆ। ਹਾਂਜੀ, ਜਦੋਂ ਦੋ ਜਣੇ ਮਿਲ ਕੇ ਕੰਮ ਕਰਨ ਤਾਂ ਹੀ ਜਿਹੜੀ ਕੰਮ 'ਚ ਤਰੱਕੀ ਹੈ ਬਿਲਕੁਲ ਉਹ ਉਦੋਂ ਹੀ ਮਿਲਦੀ ਹੈ। ਔਰ ਤੁਹਾਡੇ ਤੁਸੀਂ ਜਿੱਦਾਂ ਆਪਾਂ ਗੱਲ ਕਰੀਏ ਕਿ ਫਿਊਚਰ ਦੀ ਅੱਗੇ ਕੀ ਸੋਚ ਰਹੇ ਹੋ, ਤੁਹਾਡਾ ਕੋਈ ਆਈਡੀਆ ਹੈਗਾ ਕਿ ਤੁਸੀਂ ਕਿੱਦਾਂ ਹੋਰ ਇਸ ਚੀਜ਼ ਨੂੰ ਵਧਾਉਣਾ ਚਾਹੁੰਦੇ ਹੋ? ਹਾਂਜੀ, ਫਿਊਚਰ ਦੇ ਵਿੱਚ ਜਿੱਦਾਂ ਇਹਨਾਂ ਨੇ ਦੱਸਿਆ ਹੈ ਕਿ ਡਿਮਾਂਡ ਦੇ ਹਿਸਾਬ ਨਾਲ ਅਸੀਂ ਐਕਸਪੈਂਡ ਕਰਦੇ ਰਹਿੰਦੇ ਹਾਂ। ਜਿਹੜੀ ਚੀਜ਼ ਦੀ ਵੀ ਡਿਮਾਂਡ ਹੋਵੇ ਕਸਟਮਰ ਨੂੰ, ਮਾਰਕੀਟ ਦੇ ਵਿੱਚ ਜਿਹੜੀ ਵੀ ਚੀਜ਼ ਦੀ ਡਿਮਾਂਡ ਆਵੇ, ਉਹ ਅਸੀਂ ਹਮੇਸ਼ਾ ਐਡ ਔਨ ਕਰਦੇ ਰਹਿੰਦੇ ਹਾਂ ਟਾਈਮ ਦੇ ਹਿਸਾਬ ਨਾਲ। ਸਟੋਰ ਤੁਸੀਂ ਮੈਨੇਜ ਕਰ ਰਹੇ ਹੋ, ਕਿੱਦਾਂ ਦੀਆਂ ਜਿਹੜੀਆਂ ਦਿੱਕਤਾਂ ਆਉਂਦੀਆਂ, ਕਦੇ ਚੋਰੀ ਵਰਗੀਆਂ ਕੋਈ ਚੀਜ਼ਾਂ, ਕਦੇ ਇਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ, ਜਾਂ ਫਿਰ ਕਸਟਮਰ ਕਿਸੇ ਚੀਜ਼ ਤੋਂ ਖੁਸ਼ ਨਾ ਹੋਵੇ, ਕਦੇ ਕੁਝ ਇਦਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ? ਨਹੀਂ, ਖਾਸ ਮੁਸ਼ਕਿਲਾਂ ਤਾਂ ਨਹੀਂ ਆ, ਪਰ ਔਨ ਦੀ ਅਦਰ ਵੇ ਕਈ ਚੀਜ਼ਾਂ ਹੁੰਦੀਆਂ ਵੀ ਆ। ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਆਉਂਦੇ ਆ, ਅਸੀਂ 5 ਸਾਲ ਤੋਂ ਇਹ ਲੋਕੇਸ਼ਨ ਸਟਾਰਟ ਕੀਤੀ ਆ। 5 ਸਾਲ ਬਾਅਦ ਪਹਿਲਾਂ ਜਦੋਂ ਆਏ, ਫਿਰ ਹੌਲੀ ਹੌਲੀ ਕਸਟਮਰ ਦਾ ਟਰਸਟ ਬਣਦਾ ਆ, ਰਾਈਟ। ਹਾਂਜੀ, ਤੇ ਬਾਕੀ ਚੋਰੀ ਵਗੈਰਾ ਦੀ ਤਾਂ ਨਹੀਂ ਕਦੀ ਆਈ ਹੈਗੀ ਇਹਦਾ ਪ੍ਰੋਬਲਮ ਵਗੈਰਾ, ਹੈ ਨਾ। ਬਹੁਤ ਓਨੈਸਟ ਹੈਗੇ ਆ। ਤੁਹਾਨੂੰ ਜਿੱਦਾਂ ਦੱਸਿਆ ਹੀ ਆ ਕਿ 80 to 90% ਜਿਹੜੀ ਆ ਆਪਣੀ ਕਮਿਊਨਿਟੀ ਆਉਂਦੀ ਆ। ਤੇ ਅੱਜ ਕੱਲ੍ਹ ਕੈਨੇਡਾ 'ਚ ਤੁਹਾਨੂੰ ਪਤਾ ਕਿ ਇੰਨੇ ਆਪਣੀ ਕਮਿਊਨਿਟੀ ਹੋ ਗਈ ਹੈ ਕਿ ਜਿਹੜੇ ਇੱਥੋਂ ਦੇ ਸਟੋਰ ਹੈ, ਸੁਪਰ ਸਟੋਰ ਹੋ ਗਿਆ ਜਾਂ ਫਿਰ ਵਾਲਮਾਰਟ ਹੋ ਗਿਆ, ਉਹ ਵੀ ਜਿਹੜੇ ਆਪਣੇ ਇੰਡੀਅਨ ਚੀਜ਼ਾਂ, ਇੰਡੀਅਨ ਮਸਾਲੇ, ਉਹਨਾਂ ਨੇ ਇੱਕ ਅਲੱਗ ਤੋਂ ਸੈਕਸ਼ਨ ਬਣਾ ਲਿਆ
ਮਿਲਦੇ ਆ ਤੇ ਪ੍ਰਾਈਸਿਸ ਵਗੈਰਾ ਦਾ ਕਿੰਨਾ ਕੁ ਫਰਕ ਹੈ ਜਾਂ ਫਿਰ ਕਿੱਦਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕਸਟਮਰਸ ਆ ਆਪਣੇ ਉਹ ਇੰਡੀਅਨ ਗਰੋਸਰੀ ਸਟੋਰਸ ਨੂੰ ਜ਼ਿਆਦਾ ਰਿਸਪੌਂਸ ਕਰਦੇ ਆ ਜਾਂ ਫਿਰ ਉੱਥੋਂ ਹੀ ਕਿ ਹਾਂ ਹੋਰ ਸਾਰੀ ਗਰੋਸਰੀ ਕਰਦੇ ਪਏ ਆਪਾਂ ਜਿਹੜਾ ਵਾਲਮਾਰਟ ਗਿਆ ਤਾਂ ਉੱਥੋਂ ਹੀ ਜਿਹੜਾ ਇੰਡੀਅਨ ਮਸਾਲੇ ਵੀ ਆ ਉਹ ਵੀ ਉੱਥੋਂ ਹੀ ਲਈ ਜਾਣ? ਹਾਂਜੀ ਬਿਨਾਂ ਸ਼ੱਕ ਵਾਲਮਾਰਟ ਸੁਪਰ ਸਟੋਰ ਹੋਰ ਜਿਹੜੀ ਮੇਨ ਸਟਰੀਮ ਹੈਗੀ ਆ ਉਹਨਾਂ ਕੋਲ ਵੀ ਸਾਰਾ ਸਮਾਨ ਹੈਗਾ ਆਪਣਾ, ਪਰ ਜਦੋਂ ਕਸਟਮਰ ਨੂੰ ਜਿੱਦਾਂ ਕੋਈ ਜ਼ਿਆਦਾ ਸਮਾਨ ਚਾਹੀਦਾ ਉਹ ਸਾਡੇ ਕੋਲ ਆਉਣਾ ਪਸੰਦ ਕਰਦਾ। ਉਹਨਾਂ ਕੋਲ ਹੈਗੇ ਜਿੱਦਾਂ ਮੋਸਟ ਗੋਇੰਗ ਸਟੱਫ ਜਿਹੜੇ ਖਾਸ ਕੋਈ ਚੀਜ਼ ਆ, ਸਾਡੇ ਕੋਲ ਹਰੇਕ ਗੂੜ ਚੀਜ਼ ਹੈਗੀ ਆ, ਛੋਟੀ ਤੋਂ ਛੋਟੀ ਚੀਜ਼ ਹੈਗੀ ਆ। ਸੋ ਜਦੋਂ ਉਹ ਕਸਟਮਰ ਲਈ ਲੈਣੀ ਆਉਂਦੀ ਆ ਤੇ ਕਸਟਮਰ ਸਾਡੇ ਸਟੋਰ ਤੇ ਆਉਣਾ ਪਸੰਦ ਕਰਦਾ ਆ। ਤੇ ਪ੍ਰਾਈਸ ਦੀ ਜਿਹੜੀ ਗੱਲ ਹੈਗੀ ਆ, ਪ੍ਰਾਈਸ ਪੂਰੇ ਕੰਪੈਟੇਬਲ ਆ, ਇਹ ਨਹੀਂ ਕਿ ਸਾਡੇ ਪ੍ਰਾਈਸ ਜ਼ਿਆਦਾ ਆ ਉਹਨਾਂ ਦੇ ਘੱਟ ਆ, ਇਹ ਨਹੀਂ ਹੈਗਾ। ਪੂਰਾ ਮਾਰਕੀਟ ਦੇ ਵਿੱਚ ਜਿੱਦਾਂ ਵਾਚ ਅਰਾਊਂਡ ਕਰਦੇ ਆ ਤੇ ਪ੍ਰਾਈਸ ਪੂਰੀਆਂ ਕੰਪੇਅਰਟਿਵਲੀ ਹੁੰਦੀਆਂ। ਇਹ ਤਾਂ ਮੇਰਾ ਪਰਸਨਲ ਵੀ ਐਕਸਪੀਰੀਅੰਸ ਹੈ। ਜਿਹੜੀਆਂ ਆਪਣੀਆਂ ਦਾਲਾਂ ਹੁੰਦੀਆਂ ਇੰਡੀਅਨ ਦਾਲਾਂ ਹੁੰਦੀਆਂ ਉਹ ਅਗਰ ਆਪਾਂ ਕਿਸੇ ਹੋਰ ਸਟੋਰ ਤੋਂ ਸੁਪਰ ਸਟੋਰ ਹੋ ਗਿਆ ਜਾਂ ਵਾਲਮਾਰਟ ਤੋਂ ਲਈਏ ਉਹ ਛੇਤੀ ਨਹੀਂ ਗਲਦੀਆਂ, ਬਟ ਜਿਹੜੀ ਇੰਡੀਅਨ ਸਟੋਰ ਦੀ ਦਾਲ ਹੁੰਦੀ ਹੈ ਤਾਂ ਉਹ ਬੜੀ ਇੱਕ ਤਾਂ ਟੇਸਟ ਦਾ ਵੀ ਫਰਕ ਹੁੰਦਾ ਹੈ ਤੇ ਬਣ ਵੀ ਬੜੀ ਛੇਤੀ ਜਾਂਦੀ ਹੈ। ਉਹਦਾ ਕੀ ਰੀਜ਼ਨ ਹੈ? ਤੁਸੀਂ ਕਿੱਥੋਂ ਮੰਗਵਾਉਂਦੇ ਹੋ? ਹਾਂਜੀ ਇਹ ਜਿਹੜੀ ਦਾਲਾਂ ਦੀ ਮਸਾਲਿਆਂ ਦੀ ਇਹਦੇ ਵਿੱਚ ਵੀ ਗ੍ਰੇਡਿੰਗ ਹੁੰਦੀ ਆ। ਸੋ ਜਦੋਂ ਇੰਡੀਅਨ ਸਟੋਰ ਦੀ ਗੱਲ ਆ ਜਾਂਦੀ ਹੈ, ਜਦੋਂ ਕਸਟਮਰ ਨੇ ਆਉਣਾ ਹੈ ਇੱਥੇ ਇੰਡੀਅਨ ਸਟੋਰ ਤੇ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਕਿ ਉੱਥੇ ਬੈਸਟ ਚੀਜ਼ ਹੀ ਮੈਨੂੰ ਮਿਲਣੀ ਹੈ ਇੰਡੀਅਨ ਸਟੋਰ ਤੇ। ਹੁਣ ਛੋਟੇ ਛੋਟੇ ਮਸਾਲੇ ਹੋ ਗਏ, ਇਲਾਇਚੀ ਹੋ ਗਈ, ਹਲਦੀ ਹੋ ਗਈ, ਦਾਲਾਂ ਹੋ ਗਈਆਂ, ਰੋਜ਼ਮਰਰਾ ਦੀਆਂ ਚੀਜ਼ਾਂ ਆ, ਕਸਟਮਰ ਕਿੰਨੀ ਵਾਰੀ ਦਿਨ 'ਚ ਯੂਜ਼ ਕਰਦਾ ਹੈ ਨਾ। ਸੋ ਸਾਡੀ ਬੈਸਟ ਹੁੰਦੀ ਹੈ ਕਿ ਸਾਡੀ ਬੈਸਟ ਗ੍ਰੇਡਿੰਗ ਦਾ ਸਮਾਨ ਸਾਡੇ ਸਟੋਰ ਤੇ ਆਵੇ ਤੇ ਉਹਦੇ ਨਾਲ ਫਿਰ ਕਸਟਮਰ ਦਾ ਟਰਸਟ ਵੀ ਪੱਕਾ ਹੁੰਦਾ ਆ ਕਿ ਹਾਂ ਇੰਡੀਅਨ ਸਟੋਰ ਤੇ ਜਾਵਾਂਗੇ ਤਾਂ ਉੱਥੋਂ ਵਧੀਆ ਹੀ ਸਮਾਨ ਮਿਲੇਗਾ। ਤੇ ਦਾਲਾਂ ਵਗੈਰਾ ਦੀ ਕੁਆਲਿਟੀ ਦਾ ਅਸੀਂ ਬਹੁਤ ਖਿਆਲ ਰੱਖਦੇ ਹਾਂ, ਸਾਡੇ ਕਸਟਮਰਸ ਨੂੰ ਸਾਰਿਆਂ ਨੂੰ ਪਤਾ ਹੀ ਆ। ਤੇ ਸਰ ਤੁਸੀਂ ਜਿਵੇਂ ਹੁਣ ਤਾਂ ਚਲੋ ਤੁਸੀਂ ਦੱਸ ਰਹੇ ਹੋ ਕਿ 2 ਸਟੋਰ ਆਪਣੇ ਇੰਡੀਅਨ ਸਟੋਰ ਹੈ ਤੇ ਤੁਸੀਂ ਸ਼ੁਰੂਆਤ ਕਿੱਦਾਂ ਕੀਤੀ ਸੀ? ਕਦੋਂ ਤੁਸੀਂ ਕੈਨੇਡਾ ਆਏ ਤੇ ਤੁਸੀਂ ਸਟਾਰਟਿੰਗ 'ਚ ਇਸੇ ਬਿਜ਼ਨਸ 'ਚ ਆਏ ਜਾਂ ਫਿਰ ਪਹਿਲਾਂ ਕਿਸੇ ਚੀਜ਼ ਤੋਂ ਬਿਜ਼ਨਸ ਤੋਂ ਸ਼ੁਰੂਆਤ ਕੀਤੀ? ਨਹੀਂ ਜੀ, ਮੈਂ ਹੋਰ ਤਾਂ ਸਿੱਧੇ ਇਸ 'ਤੇ ਨਹੀਂ ਪਹੁੰਚੇ। ਪਹਿਲਾਂ ਬਹੁਤ ਪ੍ਰੋਬਲਮ ਜੰਗ ਨਹੀਂ ਕਹਿ ਸਕਦਾ ਮੈਂ, ਪਹਿਲਾਂ ਸਟਰਗਲ ਕਹਿ ਸਕਦੇ ਸਟਰਗਲ ਤੋਂ ਸ਼ੁਰੂ ਹੋਏ ਹਾਂ। ਮੈਂ 1996 ਦੇ ਵਿੱਚ ਮੈਂ ਆਪਣੇ ਪੇਰੈਂਟਸ ਦੇ ਨਾਲ ਇੱਥੇ ਕੈਨੇਡਾ ਆਇਆ ਸੀਗਾ। ਸੋ ਇੱਥੇ ਵਿਨਿਪੈਗ ਅਸੀਂ ਸਿੱਧੇ ਵਿਨਿਪੈਗ ਆਏ ਸੀਗੇ। ਸੋ ਪਹਿਲਾਂ ਇੱਥੋਂ ਨਾਰਮਲ ਜੌਬ ਤੋਂ ਆਈ ਥਿੰਕ ਮੈਂ ਗੈਸ ਸਟੇਸ਼ਨ ਤੋਂ ਸਟਾਰਟ ਕੀਤਾ ਐਜ਼ ਏ ਗੈਸ ਪੰਪ ਗੈਸ ਕਰਨੀ। ਫਿਰ ਉਸ ਤੋਂ ਬਾਅਦ ਮੂਵ ਔਨ ਕਰਦੇ ਗਏ ਅੱਗੇ, ਕਦੇ ਕੁਛ ਟਰੱਕਿੰਗ ਵੀ ਕੀਤੀ ਮੈਂ 5 ਇਅਰਸ। ਫਿਰ ਉਸ ਤੋਂ ਬਾਅਦ ਫਿਰ 2004 ਦੇ ਵਿੱਚ ਅਸੀਂ ਇਹ ਸਟੋਰ ਸ਼ੁਰੂ ਕੀਤਾ। ਬਿਲਕੁਲ, ਜਿਹੜੀ ਮਿਹਨਤ ਹੈ, ਜਿਹੜਾ ਸਟਰਗਲ ਹੈ ਉਹ ਕਿਤੇ ਨਾ ਕਿਤੇ ਬੰਦੇ ਨੂੰ ਇੱਕ ਸ਼ੁਰੂਆਤ ਹਰੇਕ ਬੰਦੇ ਨੂੰ ਇੱਕ ਕਿਤੋਂ ਨਾ ਕਿਤੋਂ ਕਰਨੀ ਪੈਂਦੀ ਹੈ, ਬਟ ਜਿਹੜੀ ਮਿਹਨਤ ਹੈ ਬੰਦੇ ਨੂੰ ਕਿਤੇ ਦੀ ਕਿਤੇ ਲੈ ਆਉਂਦੀ ਹੈ। ਸਟਰਗਲ ਐਕਚੁਅਲੀ ਉਹ ਲਾਈਫ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਆ। ਉਹਦੇ ਕਰਕੇ ਹੀ ਬੰਦਾ ਕਾਮਯਾਬ ਹੁੰਦਾ। ਉਹ ਤੁਹਾਨੂੰ ਆਪਣਾ ਸਟਰਗਲ ਦਾ ਟਾਈਮ ਯਾਦ ਰਹਿੰਦਾ, ਤੁਹਾਨੂੰ ਸਿਖਾਉਂਦਾ ਬਹੁਤ ਕੁਛ ਆ ਉਹ। ਸੋ ਉਸ ਕਰਕੇ ਉਹ ਲਰਨ ਕਰਕੇ ਬੰਦਾ ਅੱਗੇ ਤੋਂ ਅੱਗੇ ਕੁਛ ਨਾ ਕੁਛ ਅੱਗੇ ਪਹੁੰਚ ਜਾਂਦਾ ਕਿਤੇ ਨਾ ਕਿਤੇ। ਬਿਲਕੁਲ, ਇੱਕ ਹੋਰ ਵੀ ਗੱਲ ਹੈ ਕਿ ਜਦੋਂ ਬੰਦਾ ਹੁਣ ਤੁਸੀਂ ਚਲੋ 2 ਸਟੋਰ ਹੈ ਕਿਸੇ ਜਗ੍ਹਾ ਤੇ ਪਹੁੰਚ ਜਾਂਦਾ ਤਾਂ ਉਹ ਜਿਹੜਾ ਆਪਣਾ ਸਟਰਗਲ ਪੀਰੀਅਡ ਹੈ ਉਹ ਕਦੇ ਨਹੀਂ ਭੁੱਲਦਾ, ਜਿਹੜਾ ਉਸ ਪੀਰੀਅਡ 'ਚੋਂ ਜਿਹਨੇ ਲੰਘਾਇਆ ਹੁੰਦਾ। ਹੋਰ ਵੀ ਅਗਰ ਕਿਸੇ ਨੂੰ ਹੈਲਪ ਦੀ ਜ਼ਰੂਰਤ ਹੁੰਦੀ ਹੈ ਬੰਦਾ ਜ਼ਰੂਰ ਨਾਲ ਖੜਦਾ। ਹਾਂਜੀ ਬਿਲਕੁਲ ਜੀ, ਸਟਰਗਲ ਤੁਹਾਨੂੰ ਭੁੱਲਦੀ ਨਹੀਂ ਕਦੇ ਵੀ, ਤੁਹਾਨੂੰ ਉਹ ਯਾਦ ਕਰਾਉਂਦੀ ਰਹਿੰਦੀ ਆ। ਮੇਰੇ ਖਿਆਲ ਨਾਲ ਮੈਂ ਤਾਂ ਕਹਿ ਦਿੰਦਾ ਹੁੰਦਾ ਵੀ ਪੈਰ ਜ਼ਮੀਨ ਤੇ ਚਾਹੀਦੇ ਆ, ਉਹ ਜ਼ਮੀਨ ਤੇ ਰੱਖਣੇ ਚਾਹੀਦੇ ਆ। ਸੋ ਉਹ ਸਾਨੂੰ ਹਰ ਇੱਕ ਸਾਡੇ ਤਾਂ ਇੱਦਾਂ ਵੀ ਹਰ ਇੱਕ ਸਟੋਰਾਂ ਦੇ ਹਰ ਇੱਕ ਦੇ ਕਾਰਨਰ ਦੇ ਵਿੱਚ ਸਾਡੀਆਂ ਜੁੜੀਆਂ ਹੋਈਆਂ। ਸੋ ਹਰ ਥਾਂ ਤੋਂ ਸਟਰਗਲ ਤੋਂ ਸ਼ੁਰੂ ਹੋਏ ਆ, ਕਿਸ ਤਰ੍ਹਾਂ ਕਿੱਥੇ ਪਹੁੰਚੇ ਆ। ਸਾਡੇ ਕੋਲ ਵੈਰਾਈਟੀ ਇੰਨੀ ਹੈਗੀ ਸਮਾਨ ਦੇ ਵਿੱਚ, ਇਹਨੂੰ ਇਕੱਠਾ ਹੀ ਕਰਨਾ ਬਹੁਤ ਮੁਸ਼ਕਲ ਪਹਿਲਾਂ ਹੈਗਾ ਵੀ ਕਿੱਥੋਂ ਇਕੱਠਾ ਕਰਨਾ ਸਮਾਨ। ਸੋ ਉਸ ਕਰਕੇ ਇਹ ਸਟਰਗਲ ਤੋਂ ਹੀ ਆਈ ਥਿੰਕ ਮੇਰੇ ਖਿਆਲ ਨਾਲ ਬਾਇੰਗ ਤੋਂ ਹੀ ਸਟਰਗਲ ਸ਼ੁਰੂ ਹੋ ਜਾਂਦੀ ਹੈ। ਤੇ ਸਰ ਤੁਹਾਡੇ ਸਟੋਰ ਦੀਆਂ ਟਾਈਮਿੰਗਸ ਕੀ ਹੈ ਤੇ ਤੁਹਾਡੇ ਕੋਲ ਇਸ ਟਾਈਮ ਸਟਾਫ ਕਿੰਨਾ ਹੈ? ਹਾਂਜੀ, ਸਾਡੇ ਸਟੋਰ ਦੇ ਦੋਨਾਂ ਸਟੋਰਾਂ ਦੀ ਟਾਈਮਿੰਗ ਸੇਮ ਹੈਗੀ ਹੈ 10 to 9 ਐਵਰੀ ਡੇ। ਸੋ ਬਾਕੀ ਸਟਾਫ ਸਾਡੇ ਕੋਲ ਇੱਧਰ ਸਾਊਥ ਵਾਲੀ ਲੋਕੇਸ਼ਨ 'ਤੇ ਕੋਈ 7 ਤੋਂ 8 ਬੰਦੇ ਕੰਮ ਕਰਦੇ ਹੈਗੇ ਆ। ਸੋ ਬਾਕੀ ਸਾਡੀ ਦੂਸਰੀ ਲੋਕੇਸ਼ਨ ਆ ਉੱਥੇ 14-15 ਕਰਦੇ ਇਹ ਕੰਮ। ਮਤਲਬ ਸਾਡੇ ਓਵਰ ਦੋਨਾਂ ਸਟੋਰਾਂ ਦੀ ਮੈਂ ਟੀਮ ਕਹਿਣਾ 24-25 ਬੰਦਿਆਂ ਦੀ ਟੀਮ ਹੈਗੀ ਆ ਇਹ। ਸੋ ਸਾਰੇ ਰਲ ਕੇ ਟੀਮ ਵਰਕ ਚੱਲ ਰਿਹਾ। ਬਿਲਕੁਲ, ਜਦੋਂ ਇੰਡੀਆ 'ਚ ਆਪਾਂ ਦੇਖਦੇ ਸੀਗੇ ਕਿ ਇੱਕ ਆਪਾਂ ਸਟੋਰ ਖੋਲ੍ਹਿਆ ਫਿਰ ਜੀ ਅਸੀਂ ਬੈਠ ਜਾਣਾ ਆਰਾਮ ਨਾਲ, ਕੰਮ ਕਰਨ ਵਾਲੇ ਕੰਮ ਕਰਨਗੇ, ਪਰ ਇੱਥੇ ਕੈਨੇਡਾ 'ਚ ਉਹ ਚੀਜ਼ ਵਰਕ ਨਹੀਂ ਕਰਦੀ। ਅਗਰ ਤੁਸੀਂ ਕੋਈ ਬਿਜ਼ਨਸ ਸ਼ੁਰੂ ਕੀਤਾ, ਕੋਈ ਕੰਮ ਸ਼ੁਰੂ ਕੀਤਾ ਤਾਂ ਤੁਹਾਨੂੰ ਵਿੱਚ ਖੜਨਾ ਪੈਂਦਾ, ਨਾਲ ਖੜ ਕੇ ਕੰਮ ਕਰਨਾ ਪੈਂਦਾ। ਹਾਂਜੀ ਬਿਲਕੁਲ ਸਹੀ ਗੱਲ ਹੈ। ਇਹ ਨਹੀਂ ਕਿ ਇੰਡੀਆ ਹੁੰਦਾ ਹੈ ਕਿ ਬੈਠਣਾ ਨਹੀਂ, ਇੱਥੇ ਤਾਂ ਖੜੇ ਵੀ ਨਹੀਂ ਹੁੰਦਾ ਬਸ ਸਾਰਾ ਦਿਨ, ਰਾਈਟ। ਜਦੋਂ ਔਰ ਉਹ ਕੰਮ ਮੈਨੂੰ ਲੱਗਦਾ ਜ਼ਿਆਦਾ ਤਰੱਕੀ ਕਰਦਾ ਜਦੋਂ ਵਿੱਚ ਅਸੀਂ ਖੜ ਕੇ ਜਿਹੜੇ ਆਪਣੇ ਵਰਕਰਸ ਹੁੰਦੇ ਆ ਉਹਨਾਂ ਨਾਲ ਕੰਮ ਕਰਦੇ ਆ। ਹਾਂਜੀ ਬਿਲਕੁਲ, ਪੂਰੀ ਸਾਡੀ ਟੀਮ ਆ। ਇਹ ਨਹੀਂ ਕਿ ਜਿਹੜਾ ਵਰਕਰਸ ਨੇ ਕੰਮ ਕਰਨਾ। ਸੋ ਮੈਂ ਤੇ ਹਰੇਕ ਜਗ੍ਹਾ ਹੁੰਨੇ ਆ ਜਿੱਥੇ ਵੀ ਸਾਡੀ ਲੋੜ ਹੁੰਦੀ ਆ ਤੇ ਉਹਨਾਂ ਨੂੰ ਅਸੀਂ ਗਾਈਡ ਕਰਦੇ ਆ ਕਿ ਕਿੱਦਾਂ ਕਰਨਾ ਆ। ਬਿਲਕੁਲ, ਉਹਨਾਂ ਨੂੰ ਵੀ ਇੱਕ ਹੌਸਲਾ ਹੋ ਜਾਂਦਾ ਕਿ ਜਿਹੜੇ ਸਾਡੇ ਓਨਰਸ ਆ ਉਹ ਵੀ ਸਾਡੇ ਨਾਲ ਕੰਮ ਕਰਦੇ। ਹਾਂਜੀ ਬਿਲਕੁਲ ਜੀ, ਹਾਂਜੀ। ਤੇ ਮੇਰੇ ਨਾਲ ਕੁਝ EMPLOYEES ਇੱਥੇ ਮੈਂ ਦੇਖਦੀ ਆ ਕੰਮ ਕਰਦੇ ਪਏ ਆ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਉਹਨਾਂ ਨੂੰ ਕਿੱਦਾਂ ਦੇ ਡੇਲੀ ਕਸਟਮਰਸ ਮਿਲਦੇ ਆ ਤੇ ਕਿੱਦਾਂ ਉਹ ਇਹ ਸਾਰੀਆਂ ਚੀਜ਼ਾਂ ਹੈਂਡਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਕੀ ਨਾਮ ਹੈ ਤੁਹਾਡਾ ਤੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਇੱਥੇ?
ਜੀ ਮੇਰਾ ਨਾਮ ਅਰਜੀਤ ਸਿੰਘ ਹੈ ਜੀ ਤੇ ਮੈਨੂੰ ਲਗਭਗ 1 ਸਾਲ ਹੋ ਗਿਆ ਇੱਥੇ ਕੰਮ ਕਰਦੇ ਹੋਏ ਤੇ ਬਸ ਬਹੁਤ ਚੰਗਾ ਹਾਲੇ ਸੋ ਫਾਰ ਬੜਾ ਗੁੱਡ ਐਕਸਪੀਰੀਅੰਸ ਹੈ ਆਪਣਾ ਇੱਥੇ ਕੋਈ ਇੱਦਾਂ ਦੀ ਕੋਈ ਸਾਨੂੰ ਤਕਲੀਫ ਹੀ ਨਹੀਂ ਆ ਸਾਰੇ ਟੀਮ ਵਰਕ ਜਿੰਨੇ ਵੀ EMPLOYE ਆ ਆਪਾਂ ਸਭ ਰਲ ਮਿਲ ਕੇ ਕੰਮ ਕਰਦੇ ਆ ਇੱਥੇ ਹਾਂਜੀ ਤੇ ਇੱਕ ਸਰ ਕਿੱਦਾਂ ਦੇ ਕਸਟਮਰਸ ਆਉਂਦੇ ਆ ਤੁਸੀਂ ਜਿੱਦਾਂ ਮੈਂ ਗੱਲ ਕਰਦੀ ਪਈ ਸੀ ਪਹਿਲਾਂ ਕਿ ਮੋਸਟਲੀ ਜਿਹੜੇ ਇੰਡੀਅਨ ਕਮਿਊਨਿਟੀ ਦੇ ਜਿਹੜੇ ਕਸਟਮਰਸ ਆਉਂਦੇ ਆ ਕਦੇ ਐਦਾਂ ਹੋਇਆ ਕਿ ਕਿਸੇ ਕਸਟਮਰ ਨੇ ਗੁੱਸਾ ਕੀਤਾ ਹੋਵੇ ਕਿ ਮੈਨੂੰ ਆਹ ਚੀਜ਼ ਨਹੀਂ ਲੱਭਦੀ ਪਈ ਜਾਂ ਕਿੱਦਾਂ ਦੇ ਕਸਟਮਰਸ ਤੁਹਾਨੂੰ ਡੇਲੀ ਮਿਲਦੇ ਆ ਨਹੀਂ ਜੀ ਦੇਖੋ ਇੱਦਾਂ ਦੇ ਤਾਂ ਕਸਟਮਰ ਬਹੁਤ ਘੱਟ ਹੀ ਆਉਂਦੇ ਆ ਜੀ ਪਰ ਯਾ ਕਸਟਮਰ ਕਈ ਵਾਰ ਇੱਕ ਅੱਧਾ ਹੀ ਹੁੰਦਾ 100 ਵਿੱਚੋਂ ਜਿਹੜਾ ਇੱਕ ਅੱਧਾ ਹੁੰਦਾ ਪਰ ਆਪਾਂ ਉਹਨੂੰ ਵੀ ਬੈਟਰ ਡੀਲ ਕਰ ਲਈਦਾ ਆ ਉਹਨੂੰ ਪਿਆਰ ਨਾਲ ਸਾਰਾ ਕੁਝ ਦਿਖਾ ਦਈਦਾ ਕਿਉਂਕਿ ਆਪਾਂ ਹੈਗੇ ਇੱਥੇ ਕਸਟਮਰ ਦੀ ਹੈਲਪ ਕਰਨ ਵਾਸਤੇ ਹੀ ਹੈਗੇ ਆ ਜੀ ਜੇ ਕਿ ਉਹਨਾਂ ਨੂੰ ਕੋਈ ਤਕਲੀਫ ਆ ਤਾਂ ਅਸੀਂ ਹੈਗੇ ਆ ਕਿ ਹਰ ਚੀਜ਼ ਪ੍ਰੋਵਾਈਡ ਕਰਨ ਨੂੰ ਹੁੰਦੀ ਆ ਜੀ ਬਸ ਹਾਂਜੀ ਤੇ ਇੱਕ ਮੈਂ ਇੱਕ ਪ੍ਰੋਗਰਾਮ ਕਰਦੀ ਪਈ ਸੀ ਉਹਦੇ ਵਿੱਚ ਕੁਝ ਬੱਚਿਆਂ ਨੇ ਕਾਲ ਕੀਤੀ ਸਟੂਡੈਂਟਸ ਨੇ ਕਾਲ ਕੀਤੀ ਕਿ ਜਿਹੜੇ ਜਦੋਂ ਆਪਾਂ ਇੰਡੀਅਨ ਕਮਿਊਨਿਟੀ 'ਚ ਆਪਣੀ ਕਮਿਊਨਿਟੀ 'ਚ ਕੰਮ ਕਰਦੇ ਆ ਤਾਂ ਉਹ ਇੱਕ ਤਾਂ ਵਧੀਆ ਟਰੀਟ ਨਹੀਂ ਕਰਦੇ ਆਪਣੇ EMPLOYEES ਨੂੰ ਦੂਜਾ ਕਈ ਵਾਰ ਪੈਸੇ ਦੀ ਗੱਲ ਆਵੇ ਤਾਂ ਉਹ ਵੀ ਘੱਟ ਦਿੰਦੇ ਆ ਤੁਹਾਨੂੰ ਕਦੇ ਕਿਸੇ ਐਦਾਂ ਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਨਹੀਂ ਜੀ ਮੈਨੂੰ ਤਾਂ ਬਿਲਕੁਲ ਨਹੀਂ ਇੱਦਾਂ ਦਾ ਕੁਝ ਹੋਇਆ ਕਿਉਂਕਿ ਮੇਰਾ ਇੱਥੇ ਕਜ਼ਨ ਪਹਿਲਾਂ ਕੰਮ ਕਰਦਾ ਸੀਗਾ ਤੇ ਆਪਾਂ ਉਹਦੇ ਥਰੂ ਹੀ ਲੱਗੇ ਸੀਗੇ ਪਰ ਆਪਾਂ ਨੂੰ ਵੈਰੀ ਗੁੱਡ ਸਾਰਾ ਕੁਝ ਸੋ ਫਾਰ ਵੈਰੀ ਗੁੱਡ ਆ ਗੁੱਡ ਪੇ ਆ ਸਾਰਾ ਕੁਝ ਆ ਕੋਈ ਚੱਕਰ ਨਹੀਂ ਆ ਜੀ ਹਾਂਜੀ ਤੇ ਬਾਕੀ ਦੇਖੋ ਕਈ ਜੇ ਗੱਲਾਂ ਹੈਗੀਆਂ ਤਾਂ ਕਈ ਹੁੰਦੇ ਵੀ ਆ ਪਰ ਸਾਰੇ ਨਾਟ ਬੈਡ ਨਾ ਇਹ ਸਾਰੀਆਂ ਜਿਹੜੀਆਂ ਆਪਾਂ ਗੱਲਾਂ ਕਰੀਏ ਤੇ ਪੰਜੋ ਉਂਗਲਾਂ ਜਿਹੜੀਆਂ ਇੱਕ ਬਰਾਬਰ ਨਹੀਂ ਮਿਲਣਗੇ ਤਾਂ ਚੰਗੇ ਵੀ ਜ਼ਰੂਰ ਮਿਲਣਗੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਚੰਗੇ ਆ ਬਹੁਤ ਸਾਡੇ ਜਿਹੜੇ EMPLOYER ਆ ਵੈਰੀ ਨਾਈਸ ਹਰ ਮਤਲਬ ਹਰ ਇੱਕ ਕੰਮ 'ਚ ਬਹੁਤ ਹੀ ਜ਼ਿਆਦਾ ਸਾਡੇ ਹੈਲਪਫੁਲ ਆ ਤੇ ਸਾਡਾ ਸਾਥ ਦਿੰਦੇ ਇੱਦਾਂ ਦੀ ਕੋਈ ਗੱਲ ਨਹੀਂ ਹੈ ਜੀ ਜਿੱਦਾਂ ਮੈਂ ਦੇਖ ਰਹੀ ਸੀ ਉਹ ਤੁਹਾਡੇ ਨਾਲ ਹੀ ਕੰਮ ਕਰਦੇ ਮੈਂ ਦੇਖਿਆ ਉਹਨਾਂ ਨੂੰ ਕੰਮ ਕਰ ਰਹੇ ਸੀਗੇ ਉਹ ਵੀ ਖੁਦ ਆ ਕੇ ਤੇ ਫਿਰ ਉਦੋਂ ਤੁਹਾਡਾ ਕਿੱਦਾਂ ਦੀ ਫੀਲਿੰਗ ਹੁੰਦੀ ਹੈ ਕਿ ਉਹ ਇੱਕ ਹੌਸਲਾ ਬੰਦੇ ਨੂੰ ਜਿਹੜਾ ਅਲੱਗ ਹੀ ਹੁੰਦਾ ਕਿ ਹਾਂਜੀ ਜੋ ਕੰਮ ਅਸੀਂ ਕਰ ਰਹੇ ਹਾਂ ਉਹ ਸਾਡੇ ਓਨਰ ਵੀ ਕਰਦੇ ਪਏ ਆ ਜੀ ਬਿਲਕੁਲ ਇੱਕ ਅਲੱਗ ਫੀਲਿੰਗ ਹੁੰਦੀ ਹੈ ਥੋੜਾ ਬੰਦਾ ਬੂਸਟ ਅਪ ਹੋ ਜਾਂਦਾ ਹੈ ਕਿ ਹਾਂ ਚਲੋ ਇਹ ਕੰਮ ਕਰ ਰਹੇ ਤਾਂ ਸਾਡਾ ਵੀ ਹੋਰ ਥੋੜਾ ਜਿਹਾ એનર્ਜੀ ਬੂਸਟ ਹੁੰਦੀ ਹੈ ਤਾਂ ਹੋਰ ਕੰਮ ਵਧੀਆ ਹੁੰਦਾ ਸਾਡੇ ਤੋਂ ਵੀ ਥੈਂਕ ਯੂ ਸੋ ਮਚ ਜਿੱਦਾਂ ਤੁਸੀਂ ਦੇਖਿਆ ਇੱਥੇ ਡਿਫਰੈਂਟ ਇਹਨਾਂ ਨੇ ਸਾਰੀਆਂ ਚੀਜ਼ਾਂ ਲਈ ਇੱਕ ਸੈਗਮੈਂਟ ਬਣਾਏ ਹੋਏ ਆ ਜਿੱਥੇ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਮਿਲਣਗੀਆਂ ਤੇ ਇੱਕ ਉਹ ਵੀ ਪ੍ਰੋਬਲਮ ਨਹੀਂ ਆਏਗੀ ਕਿ ਮੈਂ ਕਿੱਥੇ ਲੱਭਾਂ ਕਿਉਂਕਿ ਸਾਰੀਆਂ ਚੀਜ਼ਾਂ ਇਹਨਾਂ ਨੇ ਅਲੱਗ-ਅਲੱਗ ਸੈਕਸ਼ਨ 'ਚ ਰੱਖੀਆਂ ਹੋਈਆਂ ਨੇ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਕ ਕਸਟਮਰ ਹੈ ਜਿਹੜੇ ਸ਼ਾਪਿੰਗ ਕਰਦੇ ਪਏ ਆ ਉਹਨਾਂ ਨਾਲ ਗੱਲਬਾਤ ਕਰ ਲੈਣੇ ਉਹਨਾਂ ਤੋਂ ਜਾਣ ਲੈਣੇ ਕਿ ਉਹਨਾਂ ਦਾ ਜਿਹੜਾ ਗਿਲ सुपरमार्केट है उन्होंने एक्सपीरियंस कितना रहा हेलो सर तो आप कितने टाइम से यहाँ पे शॉपिंग के लिए आ रहे हो ग्रोसरी शॉपिंग के लिए नियर अबाउट 4 years तो एक बात और कि कैसा एक्सपीरियंस रहा गिल सुपरमार्केट के साथ कभी कुछ ऐसा हुआ है कोई ऐसी चीज़ है जो यहाँ पे अवेलेबल नहीं है आपको कहीं और जाना पड़ता है ओ नो जो भी चीज़ की ज़रूरत हुई वो यहाँ मिली है आप चाहे इंडियन मसाला हो इवन पाकिस्तानी चीज़ें भी यहाँ मिली है ऑलमोस्ट सारी चीज़ें हैं और आप कहाँ से हो मैं इंडिया से हूँ इंडिया में झारखंड जमशेदपुर और एक बात और आती है कि जब भी स्टोर शुरू होता है तो उसकी क्वालिटी डिफरेंट होती है जब जैसे एक बार चलने लग जाता है थोड़ा कस्टमर बढ़ जाते हैं तो बंदा होता है कि ठीक है अभी क्वालिटी थोड़ा कॉम्प्रोमाइज़ कर भी ले तो इट्स ओके कभी यहाँ पे ऐसी कुछ आपको कंप्लेंट इनके साथ कुछ ऐसा हुआ है सो फार नो अच्छा रहा सारी चीज़ें और रीज़नेबल प्राइस पे भी है और इट्स गुड तो एक बार टाइम होता था कभी आज से 15-20 साल पहले के लोग होते थे कि कनाडा जा रहे हैं वहाँ पे ये चीज़ नहीं मिलेगी ये चीज़ नहीं मिलेगी तो लोग घर से ही बैग में पैक करके ज़्यादा मसाले लेके आते थे अभी तो वैसा बिल्कुल भी नहीं है हर चीज़ आई थिंक जो इंडिया में भी अवेलेबल नहीं है वो आपको यहाँ पे मिल जाएगा करेक्ट हम लोग भी वैसे ही किए थे पैक करके लाए थे बट नो यूज़ एवरीथिंग इज़ हियर थैंक यू सो मच ਤੇ ਇੱਥੇ ਹੀ ਕੁਝ ਕੁੜੀਆਂ ਸ਼ਾਪਿੰਗ ਕਰਦੀਆਂ ਮੈਨੂੰ ਦਿਖ ਰਹੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਇੱਥੇ ਕੀ ਲੈਣ ਆਈਆਂ ਨੇ ਤੇ ਕਿਦਾਂ ਦਾ ਐਕਸਪੀਰੀਅੰਸ ਹੈ ਉਹਨਾਂ ਦਾ ਗਿਲ ਸੁਪਰਮਾਰਕਟ ਨਾਲ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਕੀ ਲੈ ਰਹੇ ਹੋ ਮੈਂ ਇੱਕ ਤਾਂ ਸਪੈਸ਼ਲ ਚੀਜ਼ ਜਿਹੜੀ ਕੁੜੀਆਂ ਦੀ ਸਭ ਦੀ ਫੇਵਰੇਟ ਹੁੰਦੀ ਹੈ ਦੇਖ ਸਕਦੀ ਹਾਂ ਗੋਲ ਗੱਪੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਹੁਣ ਜਦੋਂ ਪਹਿਲਾਂ ਕਹਿੰਦੇ ਸੀ ਅਗਰ ਇੰਡੀਆ ਤੋਂ ਜਾ ਰਹੇ ਹੋ ਤਾਂ ਸਭ ਤੋਂ ਜ਼ਿਆਦਾ ਜਿਹੜੇ ਗੋਲ ਗੱਪੇ ਮਿਸ ਕਰੋਗੇ ਹੁਣ ਮੈਨੂੰ ਲੱਗਦਾ ਉਦਾਂ ਦੀ ਕੋਈ ਪ੍ਰੋਬਲਮ ਰਹੀ ਨਹੀਂ ਹੈ ਨਹੀਂ ਜੀ ਹੁਣ ਤਾਂ ਬਿਲਕੁਲ ਨਹੀਂ ਹੈਗੀ ਸਾਰਾ ਕੁਝ ਮਿਲ ਜਾਂਦਾ ਇੱਥੋਂ ਤੇ ਤੁਸੀਂ ਕੀ ਲੈਣ ਆਏ ਹੋ ਅੱਜ ਇੱਥੋਂ ਥੋੜਾ ਸਮਾਨ ਗੋਲ ਗੱਪੇ ਵਗੈਰਾ ਚਿਪਸ ਵਗੈਰਾ ਜਿਹੜੇ ਇੰਡੀਅਨ ਆਪਣੇ ਉਹ ਇੱਥੋਂ ਹੀ ਮਿਲਦੇ ਆ ਵਾਲਮਾਰਟ ਵਗੈਰਾ ਹੋਰ ਸਟੋਰ ਤੋਂ ਨਹੀਂ ਮਿਲਦੇ ਹੈਗੇ ਸੋ ਅਸੀਂ ਜ਼ਿਆਦਾਤਰ ਇੰਡੀਅਨ ਸਮਾਨ ਇੱਥੋਂ ਹੀ ਲੈਣ ਆਉਂਦੇ ਆ ਕਾਫੀ ਸਾਲ ਹੋ ਗਏ ਹੁਣ ਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਕਾਫੀ ਸਾਲ ਤੋਂ ਤੁਸੀਂ ਇੱਥੇ ਆ ਰਹੇ ਹੋ ਤੇ ਜਿਹੜੀ ਇੱਕ ਕੁਆਲਿਟੀ ਦੇ ਜਿਹੜੀ ਜਦੋਂ ਗੱਲ ਆਉਂਦੀ ਹੈ ਕੈਨੇਡਾ ਦੀ ਤਾਂ ਕੁਆਲਿਟੀ ਅੱਗੇ ਆਉਂਦੀ ਹੈ ਚਾਹੇ ਫਿਰ ਉਹ ਲਾਈਫ ਦੀ ਹੋਵੇ ਚਾਹੇ ਖਾਣੇ ਦੀ ਹੋਵੇ ਤੇ ਉਹਦੇ 'ਚ ਤੁਹਾਨੂੰ ਕੀ ਲੱਗਦਾ ਇਹਨਾਂ 4-5 ਸਾਲਾਂ 'ਚ ਕੋਈ ਫਰਕ ਆਇਆ ਜਾਂ ਫਿਰ ਸੇਮ ਹੈ ਨਹੀਂ ਸੇਮ ਹੀ ਆ ਇੱਥੇ ਤਾਂ ਉੱਦਾਂ ਹੀ ਆ ਮਤਲਬ ਕਿ ਸਾਰਾ ਕੁਝ ਵਧੀਆ ਹੀ ਮਿਲਦਾ ਤਾਂ ਹੀ ਬਾਰ-ਬਾਰ ਅਸੀਂ ਤਾਂ ਵੀਕਲੀ ਬੇਸਿਸ 'ਤੇ ਇੱਥੇ ਹੀ ਆਉਂਦੇ ਹਾਂ ਹੁਣ ਹਾਂਜੀ
ਜਿਵੇਂ ਤੁਸੀਂ ਗੋਲ ਗੱਪੇ ਲਿਆ ਤਾਂ ਗੋਲ ਗੱਪੇ ਦਾ ਜਿਹੜਾ ਪਾਣੀ ਬਿਨਾਂ ਤਾਂ ਗੱਲ ਬਣਦੀ ਨਹੀਂ ਆ, ਉਹ ਸਾਰੀਆਂ ਚੀਜ਼ਾਂ ਵੀ ਇੱਥੇ ਅਵੇਲੇਬਲ ਆ? ਹਾਂਜੀ ਸਾਰਾ ਕੁਝ ਨਾਲ ਹੀ ਆਉਂਦਾ। ਵੈਸੇ ਤੇ ਪੈਕਿੰਗ ਤੇ ਥੋੜੇ ਕਿ ਇੰਗਰੀਡੀਐਂਟ ਆਪ ਪਾ ਲਈਦੇ ਆ ਜ਼ਿਆਦਾ ਵਧੀਆ ਬਣਾਉਣ ਲਈ। ਤੁਸੀਂ ਦੇਖ ਸਕਦੇ ਹੋ ਕੋਵਿਡ ਕਰਕੇ ਜਿਹੜੇ ਮਾਸਕ ਪਾ ਕੇ ਜਿਹੜੇ ਸੇਫਟੀ ਦਾ ਜਿਹੜਾ ਜ਼ਰੂਰ ਧਿਆਨ ਰੱਖਿਆ ਜਾ ਰਿਹਾ ਹੈ, ਜਿਹੜੇ ਕਸਟਮਰ ਹੈ ਉਹ ਮਾਸਕ ਪਾ ਕੇ ਸ਼ਾਪਿੰਗ ਕਰਦੇ ਪਏ ਆ। ਤੇ ਮੈਮ ਹੋਰ ਤੁਹਾਡੀਆਂ ਇਸ ਸਟੋਰ ਦੀਆਂ ਕਿਹੜੀਆਂ ਫੇਵਰੇਟ ਚੀਜ਼ਾਂ ਜਿਨ੍ਹਾਂ ਨੂੰ ਲੈਣ ਲਈ ਸਪੈਸ਼ਲੀ ਤੁਸੀਂ ਇੱਥੇ ਹੀ ਆਉਂਦੇ ਹੋ? ਸਪੈਸ਼ਲੀ ਤਾਂ ਦਾਲਾਂ ਵਗੈਰਾ ਹੋਰ ਸਟੋਰਾਂ ਤੇ ਘੱਟ ਮਿਲਦੀਆਂ, ਇੰਡੀਅਨ ਆਪਣੀਆਂ ਉਹਨਾਂ ਲਈ ਆਈਦਾ ਆ। ਤਾਂ ਹੋਰ ਮਸਾਲੇ ਵਗੈਰਾ ਹੋ ਗਏ, ਉਹ ਸਾਰਾ ਕੁਝ ਇੱਥੋਂ ਹੀ ਲਈਦਾ ਆ, ਜ਼ਿਆਦਾਤਰ ਇੱਥੇ ਹੀ ਹੋਣਾ ਪੈਂਦਾ। ਤੇ ਦਾਲਾਂ ਦੀ ਗੱਲ ਕਰੀਏ ਤਾਂ ਇੱਕ ਫਰਕ ਹੁੰਦਾ ਹੈ, ਜਿਹੜੇ ਇੰਡੀਅਨ ਸਟੋਰ ਤੋਂ ਦਾਲ ਲਈ ਹੈ ਤੇ ਜਿਹੜੇ ਆਪਾਂ ਇੱਥੋਂ ਦੇ ਵਾਲਮਾਰਟ ਜਾਂ ਸੁਪਰ ਸਟੋਰ ਕਿਸੇ ਵੀ ਚੀਜ਼ ਸਟੋਰ ਦੀ ਗੱਲ ਲਾ ਲਈ, ਉਹਨਾਂ 'ਚ ਕੋਈ ਕੁਆਲਿਟੀ ਦਾ ਜਾਂ ਫਰਕ ਹੁੰਦਾ ਜਾਂ ਟੇਸਟ ਦਾ? ਥੋੜਾ ਬਹੁਤਾ ਤਾਂ ਹੁੰਦਾ, ਆਪਣੇ ਇੰਡੀਅਨ ਥੋੜੇ ਡਿਫਰੈਂਟ ਹੁੰਦੇ ਆ, ਸੋ ਇਸ ਲਈ ਇੱਥੇ ਹੀ ਪ੍ਰੈਫਰ ਕਰੀਦਾ ਲੈਣਾ ਦਾਲਾਂ ਵਗੈਰਾ ਤਾਂ। ਔਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆ? ਮੈਨੂੰ 5 ਸਾਲ ਹੋ ਗਿਆ। ਮੇਰੇ ਭਾਬੀ ਨੇ ਇਹ ਹੁਣੇ ਆਇਆ ਥੋੜੀ ਦੇਰ ਪਹਿਲਾਂ ਹੀ, ਸੋ ਇਹਨਾਂ ਨੂੰ ਵੀ ਹੁਣ ਆਦਤ ਪੈ ਗਈ ਇੱਥੇ ਹੀ ਵੀਕਲੀ ਬੇਸਿਸ ਤੇ ਆਉਣ ਦਾ, ਜਿਹੜਾ ਇੰਡੀਅਨ ਸਮਾਨ ਇੱਥੋਂ ਹੀ ਲੈਣ ਦਾ। ਜਦੋਂ ਤੁਸੀਂ ਦੱਸ ਰਹੇ ਹੋ ਜਿੱਦਾਂ ਤੁਸੀਂ ਹੁਣੀ ਇੱਥੇ ਆਏ ਹੋ, ਪਹਿਲਾਂ ਜਦੋਂ ਤੁਸੀਂ ਇੰਡੀਆ ਤੋਂ ਆਉਣਾ ਹੋਏਗਾ ਤਾਂ ਇਹ ਮਨ 'ਚ ਹੋਏਗਾ ਕਦੇ ਸੋਚਿਆ ਸੀਗਾ ਕਿ ਕੈਨੇਡਾ 'ਚ ਜਾ ਕੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲ ਸਕਦੀਆਂ ਨੇ ਉੱਥੇ, ਜਾਂ ਫਿਰ ਤੁਸੀਂ ਪਲਾਨ ਕਰ ਰਹੇ ਸੀ ਕਿ ਜਿਹੜਾ ਬੈਗ ਹੈ ਮੈਂ ਇੱਕ ਮਸਾਲਿਆਂ ਦਾ ਭਰ ਕੇ ਲੈ ਕੇ ਜਾਣਾ? ਹਾਂਜੀ ਬਿਲਕੁਲ, ਮੈਂ ਬਹੁਤ ਜ਼ਿਆਦਾ ਪਲਾਨ ਕਰ ਰਹੀ ਸੀ ਕਿ ਮਸਾਲੇ ਕਿੱਥੋਂ ਮਿਲਣਗੇ ਸਾਰਾ ਕੁਝ, ਕਿਉਂਕਿ ਆਪਾਂ ਇੰਡੀਅਨਸ ਨੂੰ ਹੁੰਦਾ ਹੈ ਕਿ ਮਸਾਲੇ ਤੋਂ ਬਿਨਾਂ ਸਬਜ਼ੀ ਨਹੀਂ ਖਾਣੀ ਹੈਗੀ। ਸੋ ਮੈਂ ਪਲਾਨ ਕਰ ਰਹੀ ਸੀ ਕਿ ਇੱਕ ਪੂਰਾ ਬੈਗ ਮਸਾਲਿਆਂ ਦਾ ਕਰਾਂ, ਬਟ ਉਹ ਪੋਸੀਬਲ ਨਹੀਂ ਸੀਗਾ ਕਿਉਂਕਿ ਕੋਵਿਡ ਦੌਰਾਨ ਉਹਨਾਂ ਨੇ ਸਾਰਾ ਕੁਝ ਬੰਦ ਕੀਤਾ ਹੋਇਆ ਸੀਗਾ। ਸੋ ਉਹ ਟਾਈਮ ਕਾਫੀ ਹੋ ਸੀਗਾ। ਤੇ ਹੁਣ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਇੱਥੇ ਆ ਕੇ ਜਿਹੜੀਆਂ ਚੀਜ਼ਾਂ ਇੰਡੀਆ 'ਚ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੀਆਂ ਉਹ ਇੱਥੇ ਮਿਲਦੀਆਂ ਨੇ? ਹਾਂਜੀ ਬਿਲਕੁਲ, ਇੱਥੇ ਸਾਰਾ ਕੁਝ ਅਵੇਲੇਬਲ ਆ। ਤੇ ਮੇਰੇ ਨਾਲ ਇੱਕ ਇੱਥੇ ਹੋਰ ਕਸਟਮਰ ਹੈ ਜਿਹੜੇ ਸ਼ਾਪਿੰਗ ਕਰਦੇ ਆ, ਆਪਾਂ ਉਹਨਾਂ ਤੋਂ ਪੁੱਛ ਲੈਂਦੇ ਆ ਕਿ ਉਹ ਗਿਲ ਸੁਪਰਮਾਰਕਟ ਸਪੈਸ਼ਲੀ ਕਿਹੜੀ ਚੀਜ਼ ਲਈ ਆਉਂਦੇ ਆ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ ਤੇ ਕਿੰਨੇ ਟਾਈਮ ਤੋਂ ਤੁਸੀਂ ਇਸ ਸਟੋਰ ਤੇ ਆ ਰਹੇ ਹੋ? ਮੇਰਾ ਨਾਮ ਬਲਜੀਤ ਫੰਗੂੜਾ, ਜਿਸ ਦਿਨ ਤੋਂ ਖੁੱਲੇ ਉਸ ਦਿਨ ਤੋਂ ਹੀ ਆ ਰਹੀ ਹਾਂ। ਤੇ ਇੱਕ ਮੇਨ ਕੁਐਸਚਨ ਕਿ ਜਿਹੜੀਆਂ ਚੀਜ਼ਾਂ ਦੀ ਕੁਆਲਿਟੀ ਆ ਉਹਦੇ 'ਚ ਕੋਈ ਫਰਕ ਆਇਆ? ਨਹੀਂ, ਮੋਰ ਬੈਟਰ, ਮੋਰ ਹੈਲਪਫੁਲ। ਇਹਨਾਂ ਦੇ ਮੋਰ ਹੈਗੇ ਆ ਕੰਮ ਕਰਨ ਵਾਲੇ ਜਿਹੜੇ ਹਰ ਵੇਲੇ ਹੈਲਪ ਕਰਦੇ ਨੇ। ਜੀ, ਔਰ ਤੁਸੀਂ ਸਪੈਸ਼ਲੀ ਇਸ ਸਟੋਰ ਤੇ ਕਿਹੜੀ ਚੀਜ਼ ਲਈ ਆਉਂਦੇ ਹੋ ਜਿਹਦੇ ਲਈ ਤਾਂ ਤੁਸੀਂ ਇੱਕੋ ਨਾਮ ਤੁਹਾਡੇ ਦਿਮਾਗ 'ਚ ਆਉਂਦਾ ਹੈ ਗਿਲ ਸੁਪਰਮਾਰਕਟ? ਸਾਰੀ ਪੰਜਾਬੀ ਗਰੋਸਰੀ ਜਿਹੜੀ ਘਰ ਆਪਾਂ ਯੂਜ਼ ਕਰੀਦੀ ਆ। ਤੇ ਤੁਹਾਨੂੰ ਕੀ ਲੱਗਦਾ ਕਿ ਕੋਈ ਐਦਾਂ ਦੀ ਚੀਜ਼ ਵੀ ਹੈਗੀ ਹੈ ਜਿਹਦੇ ਲਈ ਤੁਹਾਨੂੰ ਕਿਸੇ ਹੋਰ ਸਟੋਰ ਤੇ ਜਾਣਾ ਪਵੇ ਜਾਂ ਫਿਰ ਸਾਰਾ ਕੁਝ ਇੱਥੇ ਅਵੇਲੇਬਲ ਹੈ? ਇੱਥੇ ਹੈਗਾ ਸਾਰਾ ਕੁਝ ਮਿਲਦਾ। ਤੇ ਜਦੋਂ ਪਹਿਲਾਂ ਅੱਜ ਤੋਂ ਆਪਾਂ 15-20 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਲੋਕ ਸੀਗੇ ਜਿਹੜੇ ਇੱਕ ਚੀਜ਼ ਦੀ ਟੈਨਸ਼ਨ ਹੁੰਦੀ ਸੀ ਕਿ ਕੈਨੇਡਾ ਜਾਵਾਂਗੇ, ਕਿਸੇ ਹੋਰ ਕੰਟਰੀ ਜਾਵਾਂਗੇ, ਜਿਹੜੇ ਇੰਡੀਅਨ ਮਸਾਲੇ ਹੈ, ਬਿਕਾਜ਼ ਜਿਹੜੀਆਂ ਆਪਾਂ ਨੂੰ ਇੰਡੀਅਨ ਖਾਣੇ ਦਾ ਸਵਾਦ ਹੈ ਉਹ ਜਿਹੜਾ ਇੰਡੀਅਨ ਮਸਾਲੇ ਬਿਨਾਂ ਤਾਂ ਆਉਂਦਾ ਨਹੀਂ ਹੈ, ਤੇ ਆਪਾਂ ਸੋਚਦੇ ਸੀ ਪਤਾ ਨਹੀਂ ਉੱਥੇ ਮਿਲਣਗੇ ਕਿ ਨਹੀਂ। ਹੁਣ ਜਿਹੜੇ ਲੋਕ ਹੋਰ ਆ ਰਹੇ ਆ ਉਹਨਾਂ ਨੂੰ ਕੀ ਦੱਸਣਾ ਚਾਹੋਗੇ ਕਿ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ? ਜਿਹੜੀਆਂ ਚੀਜ਼ਾਂ ਤੁਸੀਂ ਸੁਣੀਆਂ ਹੁੰਦੀਆਂ ਨਾ, ਗੂਗਲ ਕਰਦੇ ਹੋ ਮਿਲ ਜਾਂਦੀਆਂ ਆ, ਸਾਰੀਆਂ ਮਿਲ ਜਾਂਦੀਆਂ। ਸਾਰਾ ਕੁਝ ਇੱਥੇ ਅਵੇਲੇਬਲ ਹੈ। ਥੈਂਕ ਯੂ ਸੋ ਮਚ। ਬਹੁਤ ਤਰ੍ਹਾਂ ਦੇ ਆਟੇ ਹੈਗੇ ਆ, ਜਿਸ ਤਰ੍ਹਾਂ ਪਹਿਲਾਂ ਮੈਂ ਸ਼ੁਰੂ ਕਰਾਂਗਾ ਕਣਕ ਦੇ ਆਟੇ ਤੋਂ। ਸ਼ੇਰ ਦੇਸੀ ਸਟਾਈਲ ਕਣਕ ਦਾ ਆਟਾ ਹੋ ਗਿਆ, ਬਾਕੀ ਆਸ਼ੀਰਵਾਦ ਬਹੁਤ ਚੱਲਦਾ ਅੱਜ ਕੱਲ੍ਹ, ਡਿਮਾਂਡ ਇੰਡੀਆ ਦਾ ਆਟਾ ਹੈਗਾ। ਤੇ ਇੱਕ ਹੋਰ ਪਿਲਸਬਰੀ ਦਾ ਆਟਾ ਹੈਗਾ, ਉਹ ਇੰਡੀਆ ਦੇ ਆਟੇ ਹੈਗੇ ਆ। ਫਿਰ ਬੇਸਣ ਹੋ ਗਿਆ ਜੀ, ਬੇਸਣ, ਬਾਜਰੀ ਦਾ ਆਟਾ ਹੋ ਗਿਆ, ਕਾਲੇ ਛੋਲਿਆਂ ਦਾ ਆਟਾ ਹੋ ਗਿਆ, ਮੱਕੀ ਦਾ ਆਟਾ ਹੋ ਗਿਆ। ਤੇ ਸਾਡੇ ਕੋਲ ਹੋਰ ਇਸ ਤਰ੍ਹਾਂ ਹੈਗੀਆਂ ਵੀ ਕੁਛ ਅੱਜ ਕੱਲ੍ਹ ਆਟੇ ਬਹੁਤ ਚੱਲਦੇ, ਡਿਮਾਂਡ ਵਿੱਚ ਬਹੁਤ ਹੈਗੇ ਆ। ਰਾਗੀ ਫਲਾਵਰ, ਰਾਗੀ ਕੋ ਸਪੈਸ਼ਲ ਇੱਕ ਹੈਗਾ ਪਲਾਂਟ ਹੈਗਾ ਜੋ ਬੀਨਸ ਹੈਗੇ ਆ, ਉਹਦਾ ਆਟਾ ਹੈਗਾ। ਇਹ ਬਹੁਤ ਰੇਅਰ ਮਿਲਦਾ, ਇਹ ਕਿਸੇ ਹੋਰ ਆਮ ਨਹੀਂ ਮਿਲਦਾ ਹੈਗਾ, ਇਹ ਸਾਡੇ ਇੰਡੀਅਨ ਸਟੋਰਾਂ ਦੇ ਵਿੱਚੋਂ ਹੀ ਮਿਲੇਗਾ। ਇਹ ਸਰ ਕਿਹੜੀ ਚੀਜ਼ ਲਈ ਯੂਜ਼ ਹੁੰਦਾ? ਇਹਦੇ ਵਿੱਚ ਮਤਲਬ ਅੱਜ ਕੱਲ੍ਹ ਕਹਿ ਰਹੇ ਬਹੁਤ ਹੈਲਥੀ ਹੈਗਾ, ਇਹ ਕਣਕ ਨਾਲੋਂ ਜ਼ਿਆਦਾ ਹੈਲਥੀ ਦੱਸ ਰਹੇ ਇਹਨੂੰ ਖਾਣ ਨੂੰ। ਇਹਦੇ ਵਿੱਚ ਰੋਟੀ ਪੱਕਦੀ ਹੈ ਜਾਂ ਇਹਨੂੰ ਕਣਕ ਦੇ ਆਟੇ ਵਿੱਚ ਮਿਕਸ ਕਰਕੇ ਖਾਂਦੇ ਕਈ, ਇਸ ਤਰ੍ਹਾਂ ਯੂਜ਼ ਹੋ ਰਿਹਾ ਜੀ ਇਹ। ਤੇ ਬਾਕੀ ਪਿੰਨੀਆਂ ਬਣਾਉਣੀਆਂ, ਹੁਣ ਸਿਆਲ ਆ ਰਿਹਾ ਮੂਹਰੇ, ਹਰੀ ਮੂੰਗੀ ਦੇ ਆਟੇ ਦੀਆਂ ਪਿੰਨੀਆਂ ਬਣਾਉਂਦੇ ਹੈਗੇ ਆ, ਉਹਦੇ ਵਾਸਤੇ ਇਹ ਗ੍ਰੀਨ ਮੂੰਗੀ ਦਾ ਆਟਾ ਕੰਮ ਆਉਂਦਾ ਹੈਗਾ। ਬਾਕੀ ਚੌਲਾਂ ਦਾ ਆਟਾ ਹੈਗਾ, ਇਹਦੇ ਵੀ ਲੱਡੂ ਵਗੈਰਾ ਬਣਾਉਂਦੇ ਹੈਗੇ ਆ। ਹਾਂਜੀ ਕੋਈ ਪਿੰਨੀਆਂ ਕੁਛ ਬਣਾਉਂਦਾ ਇਹਦਾ। ਇੱਕ ਹੋਰ ਅੱਜ ਕੱਲ੍ਹ ਬਹੁਤ ਹੈਗਾ ਡਿਮਾਂਡ ਵੀ ਕੋਦਰੇ ਦਾ ਆਟਾ, ਕੋਦਰੀ ਵੀ ਕਹਿ ਦਿੰਦੇ ਇਹਨੂੰ, ਇਹ ਅੱਜ ਕੱਲ੍ਹ ਬਹੁਤ ਡਿਮਾਂਡ ਵਿੱਚ ਹੁਣ ਸ਼ੁਰੂ ਹੋਇਆ ਦੁਬਾਰਾ ਨਵਾਂ, ਤੇ ਅਸੀਂ ਇਹਨੂੰ ਐਡ ਕੀਤਾ ਆਪਣੇ। ਹਾਂਜੀ, ਇਹਦੀ ਰੋਟੀ ਬਣਦੀ ਹੈਗੀ ਆ ਵਗੈਰਾ, ਪਿੰਨੀਆਂ ਵਗੈਰਾ ਜੋ ਕੁਛ ਵੀ ਬਣਾ ਸਕਦੇ ਇਹਨਾਂ ਦਾ ਹੀ। ਹਾਂਜੀ। ਤੇ ਬਾਕੀ ਕਾਲੇ ਛੋਲਿਆਂ ਦਾ ਆਟਾ ਮੈਂ ਅਗੇਨ ਦੱਸਦਾ ਤੁਹਾਨੂੰ ਇੱਕ ਵਾਰ, ਇਹ ਚੀਜ਼ਾਂ ਹੈਗੀਆਂ ਸਾਰੀਆਂ। ਸੋ ਯੂ ਨੇਮ ਇਟ, ਜੀ ਬਹੁਤ ਤਰ੍ਹਾਂ ਦੇ ਆਟੇ, ਹੋਰ ਵੀ ਬਹੁਤ ਵੈਰਾਈਟੀ ਹੈਗੀ ਆਟੇ ਦੀ। ਸੋ ਹਾਂਜੀ, ਅਗਰ ਕਸਟਮਰ ਕੋਈ ਵੀ ਡਿਮਾਂਡ ਕਰਦਾ, ਉਹਨਾਂ ਦੀ ਕੋਈ ਸਪੈਸ਼ਲ ਰਿਕੁਐਸਟ ਹੁੰਦੀ ਹੈ ਤਾਂ ਆਪਾਂ ਪੂਰੀ ਕਰ ਸਕਦੇ ਹਾਂ?
ਹਾਂਜੀ ਹਾਂਜੀ ਬਿਲਕੁਲ ਜੀ, ਅਸੀਂ ਉਹ ਪੂਰੀ ਕਰ ਸਕਦੇ ਹਾਂ। ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਇੱਕ ਹੋਰ ਹੈਗਾ, ਕਿਸੇ ਨੂੰ ਅਲਰਜੀ ਹੈਗੀ ਆ ਕਣਕ ਦੇ ਆਟੇ ਤੋਂ, ਤੇ ਹੁਣ ਗਲੂਟਨ ਫ੍ਰੀ ਆਟਾ, ਇਹ ਬਿਲਕੁਲ ਗਲੂਟਨ ਫ੍ਰੀ, ਬਿਲਕੁਲ ਇਹ 'ਚ ਗਲੂਟਨ ਨਹੀਂ ਹੈਗੀ। ਸੋ ਇਹਦੇ ਜਿਹਨਾਂ ਨੂੰ ਅਲਰਜੀ ਹੈਗੀ ਆ, ਉਹੀ ਗਲੂਟਨ ਤੋਂ ਅਲਰਜੀ ਜਿਹਨਾਂ ਨੂੰ, ਉਹ ਇਹ ਲੈ ਕੇ ਜਾਂਦੇ ਆ। ਇਹ ਵੀ ਹੁਣ ਬਹੁਤ ਡਿਮਾਂਡ ਦੇ ਵਿੱਚ ਹੈਗਾ। ਇਹ ਵੀ 2 ਸਾਲ ਤੋਂ 2-3 ਸਾਲ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਆਇਆ ਹੈਗਾ। ਹਾਂਜੀ ਹਾਂਜੀ ਬਿਲਕੁਲ ਜੀ, ਪਾਰਟੀ ਟਰੇਜ਼ ਇਹਨਾਂ ਨੂੰ ਕਹਿੰਦੇ ਆ, ਪਲਾਸਟਿਕ ਦੀਆਂ ਹੈਗੀਆਂ, ਜਾਂ ਇੱਕ ਅੱਜ ਕੱਲ੍ਹ ਛੇਤੀ ਡਿਜ਼ੋਲਵ ਹੋ ਜਾਂਦੀਆਂ ਹੈਗੀਆਂ, ਉਹਦਾ ਪੋਲਿਊਸ਼ਨ ਨਹੀਂ ਕਰਦੀਆਂ ਹੈਗੀਆਂ, ਉਹ ਪਲੇਟਸ ਹੈਗੀਆਂ। ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਇਸ ਤਰ੍ਹਾਂ ਦੀਆਂ ਪਲੇਟਾਂ, ਸਾਹਮਣੇ ਵਾਲੀਆਂ ਪਲੇਟਾਂ ਹੈਗੀਆਂ, ਮਤਲਬ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਸਟਾਰਟਿੰਗ ਸ਼ੁਰੂ ਤੋਂ ਲੈ ਕੇ ਮੁੜ ਕੇ ਪਾਰਟੀ ਤੱਕ ਚੱਲਦੀਆਂ। ਬਿਲਕੁਲ, ਅਗਰ ਤੁਹਾਡੇ ਘਰ ਗੈਸਟ ਜਿਹੜੇ ਆਉਂਦੇ ਆ, ਤੁਸੀਂ ਉਸ ਤੋਂ ਬਾਅਦ ਭਾਂਡਿਆਂ ਦੀ ਜਿਹੜਾ ਸਾਫ਼ ਕਰਨਾ ਹੈ, ਉਹ ਇੱਕ ਪ੍ਰੋਬਲਮ ਹੁੰਦੀ ਹੈ ਜਿਹੜੀ ਲੇਡੀ ਹੈ ਘਰ ਦੀ, ਤੁਸੀਂ ਇੱਥੋਂ ਜਿਹੜੀਆਂ ਡਿਸਪੋਜ਼ੇਬਲ ਪਲੇਟਸ ਲੈ ਸਕਦੇ ਹੋ। ਫਿਰ ਜਿਹੜਾ ਭਾਂਡੇ ਸਾਫ਼ ਕਰਨ ਦੀ ਬਾਅਦ 'ਚ ਜਿਹੜੀਆਂ ਲੇਡੀਜ਼ ਨੂੰ, ਘਰ ਦੀਆਂ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਹੈ, ਉਹ ਵੀ ਨਹੀਂ ਹੋਏਗੀ। ਤੇ ਸਰ ਮੈਂ ਇੱਥੇ ਕੁਝ ਦੇਖ ਸਕਦੀ ਹਾਂ ਭਾਂਡੇ ਜਿਹੜੇ ਆਪਾਂ ਇੰਡੀਆ ਦੇਖਣ ਨੂੰ ਮਿਲਦੇ ਸੀ, ਇਹ ਤੁਸੀਂ ਦੱਸਣਾ ਚਾਹੋਗੇ ਮੈਨੂੰ ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਇੱਥੇ ਅਵੇਲੇਬਲ ਹੈ? ਹਾਂਜੀ ਸਾਡੇ ਕੋਲ ਬਹੁਤ ਹੈਗੀਆਂ, ਜਿਸ ਤਰ੍ਹਾਂ ਹੁਣ ਟਰੇਜ਼, ਫੈਂਸੀ ਟਰੇਜ਼ ਕੋਈ ਮੰਗਦੇ ਹੈਗੇ ਆ। ਹੁਣ ਅੱਜ ਕੱਲ੍ਹ ਜੋ ਇੰਡੀਆ ਤੋਂ ਆ ਰਿਹਾ, ਉਹ ਉਸ ਤਰ੍ਹਾਂ ਦੇ ਜੋ ਉਸਨੇ ਵਰਤਿਆ ਉੱਥੇ, ਉਹ ਚਾਹੁੰਦਾ ਮੈਨੂੰ ਇਸ ਤਰ੍ਹਾਂ ਦੀ ਚੀਜ਼ ਚਾਹੀਦੀ ਹੈ। ਸੋ ਟਰੇਜ਼ ਹੋ ਗਈਆਂ, ਬਾਕੀ ਕੱਪਸ ਹੋ ਗਏ, ਬਾਕੀ ਆ ਸਮਾਨ, ਖੰਡ ਵਗੈਰਾ, ਚਾਹ ਪੱਤੀ ਪਾਉਣ ਨੂੰ ਇਹ ਹੈਗੇ ਆ। ਬਾਕੀ ਆ ਦੇਖੋ ਜੀ, ਇਹ ਸੋਹਣੇ, ਹਾਂਜੀ ਇਹ ਆਪਣੇ ਟਿਸ਼ੂ ਬਾਕਸ, ਇਸ ਦੇ ਵਿੱਚ ਟਿਸ਼ੂ ਬਾਕਸ ਵਿੱਚ ਰੱਖਿਆ ਜਾਂਦਾ ਪੂਰਾ, ਤੋਂ ਇਹ ਫੈਂਸੀ ਹੈਗਾ। ਸੋ ਬਾਕੀ ਤੁਹਾਨੂੰ ਮੈਂ ਕੁੰਡੇ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਕੁੰਡੇ ਘੁੱਟਣੇ, ਚਟਨੀ ਹੱਥ ਨਾਲ ਕੁੱਟਣੀ ਚਾਹੁੰਦੇ ਆ ਕਈ, ਉਹ ਉਹਦੇ ਵਿੱਚ ਤਿਆਰ ਕੀਤੀ ਜਾਂਦੀ ਆ। ਤੋ ਇਹ ਬੜਾ ਪੂਰਾ ਇਹਦੇ ਵਿੱਚ ਮਤਲਬ ਇਹ ਵੱਡੇ ਸਾਈਜ਼ 'ਚ ਬਹੁਤ ਡਿਮਾਂਡ ਹੈਗੀ ਇਹਦੀ ਵੀ। ਜਿਹੜਾ ਚਟਨੀ ਦਾ ਸਵਾਦ ਆ, ਉਹ ਜਿਹੜੀਆਂ ਅੱਜ ਕੱਲ੍ਹ ਚੱਲਦੀਆਂ ਨੇ ਮਧਾਣੀਆਂ, ਉਹਨਾਂ ਨਾਲ ਨਹੀਂ ਆਉਂਦਾ। ਜਿਹੜੇ ਕੁੰਡੇ ਸੋਟੇ ਨਾਲ ਕੁੱਟੀ ਚਟਨੀ ਦਾ ਜਿਹੜਾ ਸਵਾਦ ਹੈ, ਉਹ ਅਲੱਗ ਹੀ ਹੁੰਦਾ। ਹਾਂਜੀ ਬਿਲਕੁਲ ਜੀ, ਉਹ ਬਿਲਕੁਲ ਸਵਾਦ ਉਹ ਅਲੱਗ ਹੁੰਦਾ। ਤੇ ਉਹ ਰੋਜ਼ਮਰਾ ਦੀਆਂ ਚੀਜ਼ਾਂ ਜਿਹੜੀਆਂ ਆਮ ਹਰ ਬੰਦਾ, ਇਹਦਾ ਇਸ ਤਰ੍ਹਾਂ ਇੱਕ ਹੈਗਾ, ਇੱਕ ਤਾਂ ਮੇਰੇ ਖਿਆਲ ਨਾਲ ਤਾਂ ਇੱਕ ਚਟਨੀ ਕੁੱਟਣੀ ਹੈਲਥੀ ਵੀ ਹੋ ਜਾਂਦਾ, ਤੋਂ ਇੱਕ ਇਹਦੇ ਵਿੱਚ ਥੋੜਾ ਐਫਰਟ ਹੋਰ ਪੈਂਦੀ ਹੈ, ਤੇ ਐਫਰਟ ਦੇ ਨਾਲ ਓਬਵੀਅਸਲੀ ਚੀਜ਼ ਸਵਾਦ ਬਣਦੀ ਹੈਗੀ। ਐਕਸਰਸਾਈਜ਼ ਵੀ ਹੋ ਜਾਂਦੀ ਹੈ। ਐਕਸਰਸਾਈਜ਼ ਵੀ ਹੋ ਜਾਂਦੀ ਹੈ। ਹਾਂਜੀ ਆਈ ਥਿੰਕ ਤਾਂ ਬੰਦਿਆਂ ਨੂੰ ਕਰਨੀ ਪੈਂਦੀ, ਲੇਡੀਜ਼ ਅੱਜ ਕੱਲ੍ਹ ਕਰਦੀਆਂ ਨਹੀਂ ਗੀਆਂ ਜੀ। ਔਰ ਮੈਂ ਇੱਥੇ ਸਰ ਦੇਖ ਸਕਦੀ ਹਾਂ ਕੜਾਹੀਆਂ ਦੇਖ ਰਹੀ ਹਾਂ ਮੈਂ। ਹਾਂਜੀ ਲੋਹੇ ਦੀਆਂ ਕੜਾਹੀਆਂ। ਹੁਣ ਅੱਜ ਕੱਲ੍ਹ ਫਿਰ ਉਹੀ ਗੱਲ ਤੁਸੀਂ ਪਹਿਲਾਂ ਕੀਤੀ ਹੈ ਕਿ ਇਹ ਸਾਡਾ ਕਲਚਰ ਆ, ਤੇ ਇਹਨੂੰ ਕਈ ਵਾਪਸ ਆ ਰਹੇ ਆ ਕਿ ਪਹਿਲਾਂ ਪੁਰਾਤਨ ਟਾਈਮ ਦੇ ਵਿੱਚ ਲੋਹੇ ਦੇ ਭਾਂਡੇ ਵਿੱਚ ਖਾਣਾ ਪਕਾਇਆ ਜਾਂਦਾ ਸੀ। ਹੁਣ ਬਹੁਤ ਲੋਕ ਹੈਗੇ ਜਿਹੜੇ ਸਟੀਲ ਨੂੰ, ਸਿਲਵਰ ਨੂੰ ਛੱਡ ਕੇ ਉਹ ਦੁਬਾਰਾ ਕਹਿੰਦੇ ਵੀ ਨਹੀਂ, ਲੋਹੇ ਦੇ ਭਾਂਡੇ ਵਿੱਚ ਖਾਣਾ ਬਣਾਉਣਾ, ਇਹ ਉਹਨਾਂ ਦੀ ਡਿਮਾਂਡ ਤੇ ਹੈਗੀ ਆ। ਇਹ ਇੰਡੀਆ ਆ ਤੁਸੀਂ ਮੈਂ ਦੇਖ ਸਕਦੀ ਹਾਂ ਕਾਫੀ ਵੱਡੇ ਸਾਈਜ਼ ਦੀ ਕੜਾਈ ਹੈ। ਇੰਡੀਆ ਦੇਖਦੇ ਸੀ ਇਹਨਾਂ 'ਚ ਖੋਇਆ ਬਣਾਇਆ ਜਾਂਦਾ ਸੀ, ਇੱਥੇ ਵੀ ਅਗਰ ਕੋਈ ਚਾਹੁੰਦਾ ਤਾਂ ਸਾਰੀਆਂ ਜਿਹੜੀਆਂ ਤੁਹਾਨੂੰ ਹਰੇਕ ਸਾਈਜ਼ ਦੀ ਜਿਹੜੀ ਕੜਾਈ ਇੱਥੇ ਮਿਲ ਜੇਗੀ। ਹਾਂਜੀ ਬਿਲਕੁਲ ਜੀ, ਇਹਦੀ ਵੀ ਪੂਰੀ ਡਿਮਾਂਡ ਦੇ ਵਿੱਚ ਹੈਗੀ ਆ। ਜਿਸ ਤਰ੍ਹਾਂ ਬਿਲਕੁਲ ਤੁਸੀਂ ਕਿਹਾ ਖੋਇਆ ਬਣਾਉਂਦਾ, ਪਕੌੜੇ ਬਣਾਉਣੇ ਆ, ਸੋ ਇਹ ਸਾਰੇ ਕੰਮ ਆਉਂਦੇ ਆ। ਹਰ ਘਰ ਦੇ ਵਿੱਚ ਕਾਫੀ ਸਮਾਨ ਪਿਆ ਹੋਇਆ ਹੈ। ਸਾਡੇ ਕੋਲ ਫਿਊਚਰਾਂ ਦੇ ਪੂਰੇ ਬਾਉਲਸ ਹੈਗੇ ਆ, ਪੀਪੇ ਆਟਾ ਪਾਉਣ ਨੂੰ ਜਾਂ ਕੁਝ ਵੀ ਪਾਉਣ ਨੂੰ, ਵੱਡੇ ਆਟੇ ਵਾਲੇ ਡਰਮ ਹੋ ਕੇ, ਬਾਕੀ ਛੋਟੇ ਪਤੀਲੇ ਹੈਗੇ ਆ। ਇੰਡਕਸ਼ਨ ਮੈਂ ਤੁਹਾਨੂੰ ਇੱਕ ਹੋਰ ਸੁਣੀ ਚਾਹਨਾ, ਐਡ ਕਰਨੀ ਚਾਹਨਾ, ਅੱਜ ਕੱਲ੍ਹ ਇੱਕ ਸਟੋਵ ਨਵੇਂ ਆ ਰਿਹਾ, ਇੰਡਕਸ਼ਨ ਸਟੋਵ ਹੈਗੇ ਆ, ਉਹਦੇ ਉੱਪਰ ਇਹ ਇੰਡਕਸ਼ਨ ਦੇ ਹੀ ਕੰਮ ਕਰਦੇ ਆ। ਸੋ ਇਹ ਸਾਡੇ ਨਵੇਂ ਐਡ ਹੋਏ ਆ। ਬਾਕੀ ਆ ਸਾਰੇ ਚਾਹ ਵਾਲੇ ਪਤੀਲੇ, ਦੁੱਧ ਵਾਲੇ ਪਤੀਲੇ ਨੂੰ ਮਿਲਕ ਪੈਨ ਵੀ ਕਹਿੰਦੇ ਆ, ਕੜਾਹੀਆਂ ਹੋ ਗਈਆਂ। ਸੋ ਬਾਕੀ ਬਾਲਟੀਆਂ, ਸਟੀਲ ਦੀਆਂ ਬਾਲਟੀਆਂ ਮੋਸਟਲੀ ਗੁਰਦੁਆਰਾ ਸਾਹਿਬ ਜਾਂ ਮੰਦਿਰ ਵਿੱਚ ਬਹੁਤ ਲੈ ਕੇ ਜਾਂਦੇ ਹੈਗੇ ਆ, ਇਹ ਜਿਹੜੇ ਉੱਥੇ ਸਰਵ ਕਰਨ ਨੂੰ। ਘਰਾਂ ਵਿੱਚ ਵੀ ਵਰਤੀ ਜਾਂਦੀ ਹੈ, ਵੈਸੇ ਜ਼ਿਆਦਾ ਉੱਥੇ ਵਰਤਿਆ ਜਾਂਦਾ ਸਮਾਨ ਇਹ। ਤੇ ਹਾਂਜੀ ਆ ਵੱਡੇ ਪਤੀਲੇ ਹੋ ਗਏ, ਇਹਦੇ ਵਿੱਚ ਅਲੱਗ-ਅਲੱਗ ਸਾਈਜ਼ਸ ਹੈਗੇ ਆ, ਛੋਟੇ ਤੋਂ ਛੋਟਾ 20 ਸੈਂਟੀਮੀਟਰ ਤੋਂ ਲੈ ਕੇ ਫਿਰ ਵੱਡੇ ਸਾਈਜ਼ ਤੱਕ ਹੈਗੇ ਆ। ਤੇ ਉਸ ਤੋਂ ਬਾਅਦ ਹਾਂਜੀ ਬਿਲਕੁਲ ਵੱਡੇ ਸਾਈਜ਼ ਦੇ ਪਤੀਲੇ ਹੈਗੇ ਆ। ਬਸ ਜਿਸ ਤਰ੍ਹਾਂ ਆ ਛੋਟੇ ਹੈਗੇ ਆ, ਇਹ ਆਟਾ ਦਾ ਡਰਮ, ਮੈਂ ਬਿਲਕੁਲ ਛੋਟਾ ਸਾਈਜ਼ ਪਿਕ ਕੀਤਾ। ਇਸ ਤੋਂ ਬਾਅਦ ਉੱਪਰ ਤੋਂ ਵੱਡੇ ਤੋਂ ਵੱਡੇ ਸਾਈਜ਼ ਆਉਂਦੇ ਆ, ਚੌਲਾਂ ਤੋਂ ਲੈ ਕੇ ਆਟਾ, ਮੈਦਾ ਪਾਉਣ ਨੂੰ ਸਾਰਾ ਕੁਝ। ਆ ਵੱਡੇ ਦੇਗੇ ਵੀ ਕਹਿੰਦੇ ਇਹਨੂੰ ਪੰਜਾਬੀ ਦੇ ਵਿੱਚ। ਸਾਰੇ ਗੁਰਦੁਆਰਾ ਸਾਹਿਬ ਜਾਂ ਘਰਾਂ ਵਿੱਚ ਵੀ ਹੈਗਾ ਇਹ ਸਮਾਨ, ਗੁਰਦੁਆਰਾ ਸਾਹਿਬ ਵਰਤੇ ਜਾਂਦੇ ਆ। ਬਾਕੀ ਵੱਡੀਆਂ ਕੜਾਹੀਆਂ ਹੋ ਗਈਆਂ, ਆਹ ਕੱਚ ਦੀਆਂ ਚੀਨੀ ਦੀਆਂ ਬਾਉਲ ਹੋ ਗਿਆ, ਚੀਨੀ ਦੀ ਪਲੇਟ ਹੋ ਗਈ। ਬਾਕੀ ਆ ਜਿਸ ਤਰ੍ਹਾਂ ਦਾ ਸਮਾਨ ਹੈਗਾ, ਇਹ ਜਿੱਦਾਂ ਆਮ ਰੈਸਟੋਰੈਂਟ ਦੇ ਵਿੱਚ ਤੁਸੀਂ ਜਾਂਦੇ ਆ, ਉੱਥੇ ਸਾਨੂੰ ਸਰਵ ਕਰਕੇ ਇੱਦਾਂ ਦੇ ਭਾਂਡੇ ਵਿੱਚ ਦਿੰਦੇ ਆ। ਇਹ ਆਮ ਅੱਜ ਕੱਲ੍ਹ ਇਹ ਐਂਟੀਕ ਹੋ ਗਈਆਂ ਚੀਜ਼ਾਂ, ਇਹ ਐਂਟੀਕ ਘਰਾਂ ਦੇ ਵਿੱਚ ਲੈ ਕੇ ਜਾਂਦੇ ਆ। ਕੋਈ ਸਪੈਸ਼ਲ ਗੈਸਟ ਵਾਸਤੇ ਜਦੋਂ ਆਉਂਦੇ ਆ, ਉਹਦੇ ਵਿੱਚ ਇਹਨਾਂ ਵਿੱਚ ਸਰਵ ਕਰਦੇ ਹੈਗੇ ਆ। ਜਿਸ ਤਰ੍ਹਾਂ ਇਹ ਸਾਰਾ ਐਂਟੀਕ ਲੱਗੇ, ਸਾਰਾ ਵਧੀਆ ਲੱਗੇ। ਛੋਟੀ ਬਾਲਟੀ ਇਹਦੇ ਵਿੱਚ ਦਾਲ ਮੱਖਣੀ ਪਾ ਕੇ ਮੋਸਟਲੀ ਆਪਾਂ ਸਰਵ ਕਰਦੇ, ਰੈਸਟੋਰੈਂਟ ਦੇ ਵਿੱਚ ਕਰਦੇ, ਪਰ ਹੁਣ ਇਹ ਆਮ ਘਰਾਂ ਵਿੱਚ ਵੀ ਕਰਨ ਲੱਗੇ ਇਹਨਾਂ ਨੂੰ। ਜੀ ਪਹਿਲਾਂ ਹੁੰਦਾ ਸੀ ਕਿ ਸਾਰੀਆਂ ਇਦਾਂ ਦੇ ਭਾਂਡਿਆਂ 'ਚ ਹੀ ਘਰ ਜਿਹੜੀ ਵਰਤੋਂ ਕੀਤੀ ਜਾਂਦੀ ਸੀ, ਬਟ ਅੱਜ ਕੱਲ੍ਹ ਇਹਨਾਂ ਨੂੰ ਖਾਸ ਓਕੇਜ਼ਨ ਲਈ ਕੋਈ ਰਿਸ਼ਤੇਦਾਰ ਘਰ ਆਉਂਦਾ ਹੈ ਜਾਂ ਫਿਰ ਰੈਸਟੋਰੈਂਟ 'ਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ ਬਿਲਕੁਲ ਜੀ, ਇਹ ਉਹੀ ਗੱਲ ਆ ਵੀ ਜੋ ਫੈਂਸੀ ਹੋ ਰਿਹਾ
ਜੋ ਫੈਂਸੀ ਹੋ ਰਿਹਾ ਸਾਡਾ ਯੁੱਗ ਹੋ ਰਿਹਾ, ਤਾਂ ਉਹਦੇ ਕਰਕੇ ਸਾਰਾ ਕੁਝ ਇਹ ਵੇਖੀ ਹੈਲਥੀ ਵੀ ਹੈਗੇ ਆ ਇਹਦੇ ਵਿੱਚ ਖਾਣਾ। ਦੇਖੋ ਤੁਸੀਂ ਇਹ ਬਾਹਰ ਕਾਪਰ ਆ, ਅੰਦਰ ਇਹਦੇ ਸਿਲਵਰ ਦੀ ਕਲੀ ਕੀਤੀ ਹੋਈ ਹੈ, ਹੈਗਾ ਵਿੱਚ ਮਟੀਰੀਅਲ ਕਾਪਰ ਹੈ। ਵੈਸੇ ਇਹ ਸਾਡੇ ਕੋਲ ਜਿਹੜੇ ਆਪਣੇ ਬਹੁਤ ਤਰ੍ਹਾਂ ਦੇ ਮੀਟ ਤਾਂ ਨਹੀਂ ਹੈਗੇ, ਸਿਰਫ ਸਾਡੇ ਕੋਲ ਸਿਲੈਕਟਡ ਮੀਟ ਹੈਗੇ ਆ, ਜਿਸ ਤਰ੍ਹਾਂ ਆਪਣੀ ਕਮਿਊਨਿਟੀ ਦੇ ਆਮ ਵਰਤੇ ਜਿਹੜੇ ਵਰਤੇ ਜਾਂਦੇ ਆ। ਜਿਸ ਤਰ੍ਹਾਂ ਗੋਟ ਮੀਟ ਸਾਡੇ ਕੋਲ 2 ਤਰ੍ਹਾਂ ਦਾ ਹੁੰਦਾ, ਇੱਕ ਮਿਕਸ ਹੋ ਗਿਆ, ਇੱਕ ਬੈਕ ਲੈਗ ਓਨਲੀ ਹੁੰਦੀ ਹੈ। ਬਾਕੀ ਆ ਮੈਰੀਨੇਟਡ ਚਿਕਨ ਮੀਨਸ ਵੀ ਇਹਨਾਂ ਨੂੰ ਅਸੀਂ ਕਰਕੇ ਸਾਫ਼ ਕਰਕੇ ਤਿਆਰ ਮੈਰੀਨੇਟ ਕਰਦੇ ਹਾਂ, ਅਤੇ ਇਹਨਾਂ ਨੂੰ ਸਟ੍ਰੇਟ ਟੂ ਬਾਰਬੇਕਿਊ ਜਾਂ ਗ੍ਰਿਲ ਕਰ ਸਕਦੇ ਹਾਂ ਇਹਨੂੰ। ਇਹ ਸਾਡਾ ਬਹੁਤ ਮੋਸਟ ਕਾਮਨ ਹੈਗਾ ਸਾਡਾ, ਇਹ ਸਾਨੂੰ ਆਮ ਨਹੀਂ ਮਿਲਦਾ ਹੈਗਾ ਕਿਤੇ ਵੀ। ਚਿਕਨ ਵਿੰਗਸ ਹੋ ਗਏ, ਇਹਦੇ ਕਬਾਬ ਮੈਰੀਨੇਟ ਕੀਤੇ ਹੋਏ ਆ। ਬਾਕੀ ਕੱਚਾ ਮੀਟ ਜਿੱਦਾਂ ਸਾਡੇ ਦੇਸੀ ਮੁਰਗੇ ਤੁਸੀਂ ਦੇਖੇ ਹੋਣੇ ਇੰਡੀਆ ਦੇ ਵਿੱਚ, ਉਹਦਾ ਮੀਟ ਹੈਗਾ। ਬਾਕੀ ਇਹਦੇ ਮੀਟ ਦੇ ਅਚਾਰ ਬਣਾਏ ਹੋਏ ਆ, ਬੱਕਰੇ ਦਾ ਅਚਾਰ ਅਤੇ ਚਿਕਨ ਦਾ ਅਚਾਰ, ਸੋ ਉਹ ਹੈਗੇ ਆ। ਸੋ ਸਾਡੇ ਕੋਲ ਇਹ ਇੰਨੀ ਰੇਂਜ ਹੈਗੀ ਆ ਮੀਟ ਦੀ, ਜੋ ਸਾਡਾ ਆਮ ਸਾਡੇ ਘਰਾਂ ਵਿੱਚ ਵਰਤਿਆ ਜਾਂਦਾ ਉਹ ਹੈ। ਮਤਲਬ ਸਿਰਫ ਰॉ ਮੀਟ ਹੈ ਜਿਹੜਾ ਉਹ ਅਵੇਲੇਬਲ ਹੈਗਾ ਇੱਥੇ? ਹਾਂਜੀ, ਰॉ ਅਵੇਲੇਬਲ ਆ ਓਨਲੀ। ਸਿਰਫ ਸਾਡੇ ਕੋਲ ਕੁੱਕਡ ਹੁੰਦਾ ਅਚਾਰ, ਜਿਹੜਾ ਬੱਕਰੇ ਦਾ ਅਚਾਰ ਅਤੇ ਚਿਕਨ ਦਾ ਅਚਾਰ, ਉਹੀ ਕੁੱਕਡ ਆ। ਬਾਕੀ ਸਾਰਾ ਕੁਝ ਰॉ ਮੀਟ ਹੀ ਹੈਗੇ ਸਾਰੇ। ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਇੰਡੀਆ 'ਚ ਵਿਆਹਾਂ 'ਚ ਜਿਹੜੇ ਸ਼ਗਨ ਹੁੰਦੇ ਆ ਉਹ ਮਨਾਉਣ ਲਈ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਤੁਸੀਂ ਇੱਥੇ ਦੇਖ ਸਕਦੇ ਹੋ। ਜਾਗੋ ਹੈ, ਛੱਜ ਅਵੇਲੇਬਲ ਹੈ, ਸਾਰੀਆਂ ਚੀਜ਼ਾਂ। ਪਹਿਲਾਂ ਲੋਕ ਸੋਚਦੇ ਸੀ ਕਿ ਅਗਰ ਅਸੀਂ ਜਿਹੜੇ ਸ਼ਗਨ ਹੈ ਉਹ ਪ੍ਰੋਪਰ ਇੱਥੇ ਜਿਹੜੇ ਰਿਵਾਜ਼ ਹੈ ਉਹ ਕਰ ਨਹੀਂ ਪਾਵਾਂਗੇ, ਕਿਤੇ ਨਾ ਕਿਤੇ ਵਿਆਹ ਕਰਨ ਲਈ ਸਾਨੂੰ ਇੰਡੀਆ ਜਾਣਾ ਪੈਣਾ। ਬਟ ਹੁਣ ਜਿਹੜੀਆਂ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਹੀ ਖਰੀਦ ਸਕਦੇ ਹੋ। ਜਾਗੋ ਅਵੇਲੇਬਲ ਹੈ, ਛੱਜ ਅਵੇਲੇਬਲ ਹੈ, ਤੇ ਤੁਸੀਂ ਆਪਣੇ ਜਿਹੜੇ ਰੀਤੀ ਰਿਵਾਜ ਹੈ ਉਹ ਇੱਥੇ ਹੀ ਪੂਰੇ ਕਰ ਸਕਦੇ ਹੋ, ਤੇ ਵਿਆਹ ਕਰਨ ਲਈ ਹੁਣ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ। ਤੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀਆਂ ਇੰਡੀਆ 'ਚ ਜਿਹੜੀਆਂ ਚੀਜ਼ਾਂ ਅਵੇਲੇਬਲ ਸੀ, ਕੜੇ ਹੋ ਗਏ, ਜਾਂ ਫਿਰ ਗੱਲ ਕੀਤੀ ਜਾਵੇ ਕਾਰ ਹੈਂਗਿੰਗਸ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਤੇ ਕੁਛ ਨਾ ਕੁਛ ਬੇਲੀ ਜਨਤਾ ਕੁਛ ਜਿਹੜੇ ਲਿਖੇ ਹੋਏ ਆ ਉੱਪਰ। ਉਸ ਤੋਂ ਬਾਅਦ ਤੁਸੀਂ ਇੱਧਰ ਦੇਖ ਸਕਦੇ ਹੋ ਤੁਹਾਨੂੰ ਜਿਹੜੇ ਖੰਡੇ ਹੈ ਗਲ 'ਚ ਪਾਉਣ ਲਈ, ਉਹ ਸਾਰੀਆਂ ਚੀਜ਼ਾਂ ਵੀ ਅਵੇਲੇਬਲ ਹੈ। ਉਹੀ ਗੱਲ ਹੈ ਕਿ ਹੁਣ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਛੋਟੀਆਂ ਆਪਾਂ ਤੁਸੀਂ ਦੇਖ ਸਕਦੇ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਛੋਟੀ ਇੱਕ ਫੋਟੋ ਹੈ ਉਹ ਤੁਹਾਨੂੰ ਮਿਲ ਜਾਏਗੀ। ਕੁਛ ਵੀ ਚੀਜ਼ਾਂ ਜਿਹੜੀਆਂ ਇੱਦਾਂ ਦੀਆਂ ਹੁਣ ਤੁਹਾਨੂੰ ਉਹ ਇੰਡੀਆ ਤੋਂ ਮੰਗਵਾਉਣ ਦੀ ਜ਼ਰੂਰਤ ਨਹੀਂ ਹੈ, ਸਾਰਾ ਕੁਝ ਇੱਥੇ ਅਵੇਲੇਬਲ ਹੈ। ਇੰਡੀਆ ਦੀ ਜਿਹੜੀ ਖਾਸ ਚੀਜ਼ ਹੈ, ਹਰੇਕ ਰਸਤੇ ਜਾਂਦਾ ਗਰਮੀਆਂ ਸਪੈਸ਼ਲੀ ਰੇੜੀਆਂ ਤੋਂ ਮਿਲਦਾ ਸੀਗਾ ਗੰਨੇ ਦਾ ਰਸ, ਉਹ ਤੁਹਾਨੂੰ ਹੁਣ ਜਿਹੜਾ ਗਿਲ ਸੁਪਰ ਮਾਰਕੀਟ ਹੈ ਉੱਥੇ ਵੀ ਅਵੇਲੇਬਲ ਹੈ। ਆਪਾਂ ਦੇਖਦੇ ਹਾਂ ਇਹ ਕਿੱਦਾਂ ਬਣਾ ਰਹੇ ਆ ਗੰਨੇ ਦਾ ਰਸ। ਬਾਪੂ ਜੀ ਮਸਾਲਾ, ਇਹਦੇ ਵਿੱਚ ਦੇਖੋ ਕਿਨਸਰ ਪੰਜਾਬੀ ਜੀ ਬਹੁਤ ਤਰ੍ਹਾਂ ਦਾ ਲਿਖਿਆ ਹੋਇਆ, ਇਹਦੇ ਵਿੱਚ ਬਹੁਤ ਤਰ੍ਹਾਂ ਦੇ ਮਸਾਲਾ ਇਹਨੂੰ ਨਾਮ ਰੱਖਿਆ ਹੋਇਆ, ਬ੍ਰਾਂਡ ਆ ਬਾਪੂ ਜੀ ਮਸਾਲਾ। ਸੋ ਇਹ ਜਿਵੇਂ ਲੱਸੀ, ਸ਼ਿਕੰਜਵੀ, ਹੋਰ ਜੂਸਾਂ ਦੇ ਵਿੱਚ ਜਿਹਦੇ ਵਿੱਚ ਵੀ ਪਾ ਕੇ ਫਰੂਟ ਚਾਟ ਵਾਸਤੇ ਯੂਜ਼ ਕਰਦੇ ਆ। ਇਹ ਸਾਡਾ ਬਹੁਤ ਟੌਪ ਸੈਲਰ ਹੈਗਾ ਸਾਡਾ, ਇਹ ਸਾਡੇ ਸਟੋਰ ਦਾ ਹੈ। ਜਿਹੜਾ ਗੰਨੇ ਦਾ ਰਸ ਹੈ ਆਪਣਾ ਉਹ ਰੈਡੀ ਹੋ ਚੁੱਕਿਆ। ਇਹਦੇ 'ਚ ਉਹਨਾਂ ਨੇ ਕੋਈ ਵੀ ਹੋਰ ਚੀਜ਼ ਮਿਕਸ ਨਹੀਂ ਕੀਤੀ, ਪਿਓਰ ਜਿਹੜਾ ਗੰਨੇ ਦਾ ਰਸ ਤੁਹਾਨੂੰ ਇੱਥੇ ਮਿਲੇਗਾ, ਜਿਹੜਾ ਬਿਲਕੁਲ ਇੰਡੀਆ ਵਾਲਾ ਜਿਹੜਾ ਤੁਹਾਨੂੰ ਟੇਸਟ ਹੈ ਗਿਲ ਸੁਪਰ ਮਾਰਕੀਟ 'ਚੋਂ ਤੁਹਾਨੂੰ ਗੰਨੇ ਦੇ ਰਸ ਦਾ ਮਿਲ ਸਕਦਾ ਹੈ। ਬਹੁਤ ਹੀ ਸਵਾਦ ਹੈ। ਇਹਨਾਂ ਦੇ ਵਿੱਚ ਇਹਨਾਂ ਨੇ ਕੁਝ ਮਸਾਲੇ ਹੋ ਗਏ, ਜਿਵੇਂ ਨਿੰਬੂ ਨਿਚੋੜਿਆ, ਬਹੁਤ ਹੀ ਸਵਾਦ ਹੈ। ਜਿਹੜੇ ਸਪਾਈਸੀ ਖਾਣ ਦੇ ਜਿਹੜੇ ਸ਼ੌਕੀਨ ਹੈ ਥੋੜੇ ਜਿਹੇ, ਉਹਨਾਂ ਲਈ ਜਿਹੜਾ ਅਚਾਰ ਹੈ ਡਿਫਰੈਂਟ ਟਾਈਪ ਦਾ ਤੁਸੀਂ ਦੇਖ ਸਕਦੇ ਹੋ। ਇੱਥੋਂ ਮੈਂਗੋ ਪਿਕਲ ਹੈ, ਜਾਂ ਫਿਰ ਤੁਹਾਨੂੰ ਜਿਹੜਾ ਮਿਕਸ ਪਿਕਲ ਹੈ, ਹਰ ਚੀਜ਼ ਇੱਥੇ ਮੈਂ ਦੇਖ ਸਕਦੀ ਹਾਂ। ਇਹਨਾਂ ਨੇ ਮੇਥੀਆ ਜਿਹੜਾ ਇੱਕ ਮੈਂਗੋ ਲਿਖਿਆ ਹੋਇਆ, ਡਿਫਰੈਂਟ ਚਾਹੇ ਉਹ ਮਿਰਚ ਦਾ ਅਚਾਰ ਹੋਵੇ, ਹਰ ਤਰ੍ਹਾਂ ਦਾ ਅਚਾਰ ਹੋ ਗਿਆ, ਜਾਂ ਫਿਰ ਜਿਹੜੇ ਇੰਡੀਅਨ ਜਿਹੜੇ ਤੇਲ ਸੀਗੇ, ਉਹ ਹਰ ਚੀਜ਼ ਤਾਂ ਇੱਥੇ ਅਵੇਲੇਬਲ ਹੈ। ਜਿਹੜਾ ਇੰਡੀਆ 'ਚ ਸਮਾਨ ਜਿਹੜਾ ਹੋਰ ਕਿਸੇ ਸਟੋਰ 'ਤੇ ਇੱਥੇ ਅਵੇਲੇਬਲ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀਆਂ ਬਿਊਟੀ ਜਿਹੜੇ ਪ੍ਰੋਡਕਟਸ ਹੈ ਜਿਹੜੇ ਸਿਰਫ ਇੰਡੀਆ 'ਚ ਮਿਲਦੇ ਆ, ਉਹ ਤੁਹਾਨੂੰ ਇੱਥੇ ਮਿਲ ਜਾਣਗੇ। ਜਾਂ ਫਿਰ ਆਪਾਂ ਗੱਲ ਕੀਤੀ ਜਾਵੇ ਜਿਹੜੀ ਸਾਫੀ ਹੋ ਗਿਆ, ਇਹ ਚੀਜ਼ਾਂ ਜਿਹੜੀ ਕੈਨੇਡਾ 'ਚ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਗੀਆਂ, ਬਟ ਗਿਲ ਸੁਪਰ ਮਾਰਕੀਟ 'ਚ ਆ ਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਲੈ ਸਕਦੇ ਹੋ ਜਿਹੜੀਆਂ ਤੁਹਾਨੂੰ ਹੋਰ ਕਿਸੇ ਸਟੋਰ 'ਤੇ ਦੇਖਣ ਨੂੰ ਨਹੀਂ ਮਿਲਣਗੀਆਂ।
ਕਿ ਤੁਸੀਂ ਇੱਥੇ ਵਿਨੀਪੈਗ ਚੋਂ ਜਾਂ ਫਿਰ ਇੰਡੀਆ ਤੋਂ ਕਿਤੇ ਇੱਥੇ ਆਉਣ ਦਾ ਪਲਾਨ ਕਰ ਰਹੇ ਹੋ ਤਾਂ ਉਹਨਾਂ ਨੂੰ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਆਪਣੇ ਘਰ ਜ਼ਰੂਰਤ ਹੋਏਗੀ, ਹਰ ਇੰਡੀਅਨ ਮਸਾਲਾ, ਹਰ ਇੰਡੀਅਨ ਦਾਲ ਇੱਥੇ ਅਵੇਲੇਬਲ ਹੈ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਵਿਜ਼ਨ ਔਨ ਲੋਕੇਸ਼ਨ। ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਤੇ ਨਵੇਂ ਲੋਕਾਂ ਦੇ ਨਾਲ। ਤਦ ਤੱਕ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ। ਧੰਨਵਾਦ।